ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕਟਿਏ ਮੈਲ ਸਾਧ ਸੰਗ ਬੁੱਠਿਆਂ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ, ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਸਾਹਿਬ ਸੇਵਕ ਇੱਕ ਇੱਕ ਦਰਸ਼ਟਾਇਆ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਬਾਬਾ ਜੀ ਆਪਣੀ ਬਾਣੀ ਅੰਦਰ ਕਿਰਪਾ ਕਰਦੇ ਆ। ਅੱਜ ਬਾਬਾ ਜੀ ਦੀਆਂ ਬਵਾਣੀਆਂ ਕਹਾਣੀਆਂ ਹੋ ਰਹੀਆਂ। ਬਾਬਾ ਜੀ ਦੇ ਪਿਆਰੇ ਮਹਾਪੁਰਸ਼ ਰਾਗੀ ਸਿੰਘ, ਸਾਰੇ ਸਾਡੇ ਸਿੰਘ ਸਾਹਿਬ ਵੀ ਆ ਕੇ ਗਏ ਆ। ਗਿਆਨੀ ਗੁਰਬਚਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਅੱਜ ਬਾਬਾ ਨਰਾਇਣ ਸਿੰਘ ਜੀ ਯਾਦ ਆ ਰਹੇ ਆ, ਉਹਨਾਂ ਦੀ ਯਾਦ ਤਾਜ਼ਾ ਹੋ ਰਹੀ ਹੈ। ਇਹ 99ਵਾਂ ਜਨਮ ਦਿਨ ਬਣਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਉਹਨਾਂ ਦੇ ਭਗਤਾਂ ਨੂੰ ਡਿਠਿਆਂ, ਉਹਨਾਂ ਦੇ ਪਿਆਰਿਆਂ ਨੂੰ ਡਿਠਿਆਂ। ਅੱਜ ਸਾਨੂੰ ਗੁਰੂ ਸਾਹਿਬ ਦੀਆਂ ਬਵਾਣੀਆਂ ਕਹਾਣੀਆਂ, ਗੁਰੂ ਸਾਹਿਬ ਦੇ ਇਤਿਹਾਸ ਵੀ ਯਾਦ ਆ ਰਹੇ। ਮਨ ਕੀ ਕਟਿਏ ਮੈਲ ਸਾਧ ਸੰਗ ਬੂਠਿਆਂ। ਸੰਗਤ ਦੇ ਵਿੱਚ ਬੈਠ ਕੇ ਅਸੀਂ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਦੇ ਹਾਂ। ਜਿਹੜੇ ਨਹੀਂ ਚੰਗੇ, ਜਿਵੇਂ ਇੱਕ ਬਾਬਾ ਜੀ ਬਚਨ ਕਰਦੇ ਸੀ ਕਿ ਮਾਈਆਂ ਸੱਜ ਦੇ ਨਾਲ ਦਾਣੇ ਛੱਡਦੀਆਂ। ਦਾਣੇ ਸੱਜ ਦਾ ਕੀ ਕੰਮ ਹੈ? ਉਹ ਘੂੰਡੀ ਡੱਕੇ ਅੱਗੇ ਕੱਢੀ ਜਾਂਦਾ ਹੈ, ਚੰਗੇ ਦਾਣੇ ਗ੍ਰਹਿਣ ਕਰੀ ਜਾਂਦਾ, ਡੱਕਾ ਡੌਲਾ ਅੱਗੇ ਕੱਢ ਦਿੰਦਾ। ਸਰੋਤੇ ਦੀ ਜਿਹੜੀ ਬਿਰਤੀ ਹੁੰਦੀ ਹੈ ਉਹ ਵੀ ਸੱਜ ਵਰਗੀ ਹੁੰਦੀ ਹੈ। ਇਹ ਜਿਹੜੀ ਮਨ ਨੂੰ ਮਲ ਲੱਗੀ ਹੈ, ਇਹਨੂੰ ਅਸੀਂ ਕੱਢਣਾ ਹੈ। ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ। ਮਨ ਕੀ ਕਟਿਏ ਮੈਲ ਸਾਧ ਸੰਗ ਬੂਠਿਆਂ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਕਿੰਨੀ ਕੁ ਵਡਿਆਈ ਵੱਡੀ ਹੈ, ਕਹਿਣ ਕਸਨ ਤੋਂ ਬਾਹਰ ਹੈ। ਵਡਿਆਈ ਸੱਚੇ ਨਾਮ ਕੀ ਹਉ ਜੀਮਾ ਸੁਣ ਸੁਣੇ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਾਕਤ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਤੇਰਾ ਘਰ ਆਨੰਦ ਵਧਾਈ, ਤੁਧ ਘਰ ਮਾਣ ਮਹੱਤਾ ਤੇਜ। ਆਪਣਾ ਆਪ ਜਰ ਨਾਨਕ ਨਾਮ ਮਿਲੇ ਵਡਿਆਈ। ਇਦੋਂ ਉੱਪਰ ਕਰਮ ਨਹੀਂ, ਜੇਕਰ ਹੁੰਦੇ ਮੰਗਣ ਜਾਈਏ ਫੇਰ ਅਲਾਂਭਾ ਮਿਲੈ ਤਹੀਂ। ਸਾਡੇ ਵਾਸਤੇ ਗੁਰੂਆਂ ਨੇ
ਇਹ ਬਖਸ਼ਿਸ਼ ਕਰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ। ਉਹ ਬੋਧਾ ਅਵਤਾਰ ਹੈ, ਆਪਣੇ ਆਨੰਦ ਵਿੱਚ ਬੈਠੇ ਹੈ, ਆਪਣੇ ਪਿਆਰਿਆਂ ਰਾਹੀਂ ਵਰਤਦੇ ਹੈ। ਨਾਨਕ ਗੁਪਤ ਵਰਤਦਾ ਪ੍ਰਗਟ ਸੰਤ ਜਨ। ਉਹ ਆਪਣੇ ਪਿਆਰਿਆਂ ਰਾਹੀਂ ਵਰਤਦੇ ਹੈ। ਜਿਸ ਨੂੰ ਸਹਿ ਵੱਡਾ ਕਰੇ ਸੋਈ ਵੱਡ ਜਾਣੀ। ਸਾਹਿਬ ਕਿਹਨੂੰ ਵੱਡਿਆਂ ਕਰਦਾ ਹੈ? ਜਿਹੜਾ ਉਹਨਾਂ ਦਾ ਬਣ ਜਾਵੇ ਉਹਨੂੰ ਵੱਡਿਆਂ ਕਰਦਾ ਹੈ। ਇੱਕ ਦੁਨਿਆਵੀ ਬਚਨ ਹੈ, ਮਾਪੇ ਦੇ ਬੱਚੇ ਹੁੰਦੇ ਐ, ਤੁਸੀਂ ਉਹਨਾਂ ਬੱਚਿਆਂ ਨੂੰ ਵਡਿਆਓ, ਉਹਨਾਂ ਨੂੰ ਚੰਗੇ ਕਹੋ, ਬਈ ਫਲਾਨਾ ਸਿਆ ਤੇਰੇ ਬੱਚੇ ਬੜੇ ਚੰਗੇ ਆ, ਬੜਾ ਸੋਹਣਾ ਬੋਲਦੇ ਐ, ਬੜਾ ਸੋਹਣਾ ਕੰਮ ਕਰਦੇ ਐ। ਉਹ ਮਾਪਾ ਕਿੰਨਾ ਖੁਸ਼ ਹੁੰਦਾ ਹੈ, ਫੁੱਲਿਆ ਨਹੀਂ ਸਮਾਉਂਦਾ, ਬਈ ਇਹ ਮੇਰੇ ਬੱਚਿਆਂ ਨੂੰ ਚੰਗਾ ਕਹਿੰਦੇ ਐ। ਐਵੇਂ ਜਿਵੇਂ ਗੁਰੂ ਸਾਹਿਬ, ਜੇ ਅਸੀਂ ਉਹਨਾਂ ਦੇ ਪਿਆਰਿਆਂ ਨੂੰ ਸਤਿਕਾਰਦੇ ਆ ਤਾਂ ਗੁਰੂ ਸਾਹਿਬ ਦੀ ਵੀ ਖੁਸ਼ੀ ਹੁੰਦੀ ਹੈ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕੱਟੀਏ ਮੈਲ ਸਾਧ ਸੰਗ ਬੁੱਠਿਆਂ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਸਾਹਿਬ ਸੇਵਕ, ਸਾਹਿਬ ਕਦੇ ਇਕੱਲਾ ਨਹੀਂ ਰਹਿੰਦਾ, ਸਾਹਿਬ ਸੇਵਕ ਇੱਕ ਇੱਕ ਦਰਸ਼ਟਾਇਆ। ਸਾਹਿਬ ਮੇਰਾ ਸਦਾ ਹੈ, ਦਿਸੇ ਸ਼ਬਦ ਕਮਾਏ। ਕਈ ਕਹਿਣਗੇ ਜੀ ਅੱਗੇ ਸੀ ਹੁਣ ਨਹੀਂ, ਨਹੀਂ ਇਹ ਨਹੀਂ ਗੱਲ ਹੈ। ਬਾਬਾ ਜੀ ਕਿਰਪਾ ਕਰਦੇ ਸੀ, ਸਾਹਿਬ ਮੇਰਾ ਨਿਤ ਨਵਾਂ, ਗੁਰ ਕਿਰਪਾ ਤੇ ਨਿਤ ਚਮੋ। ਮੇਰਾ ਸਾਹਿਬ ਤਾਂ ਨਿਤ ਨਵਾਂ ਹੈ। ਸਾਡੀ ਭਾਵਨਾ ਹੋਣੀ ਚਾਹੀਦੀ ਹੈ, ਸਰਦਾ ਹੋਣੀ ਚਾਹੀਦੀ ਹੈ। ਸਾਹਿਬ ਵਿੱਚ ਕੋਈ ਫਰਕ ਨਹੀਂ। ਜੇ ਅੱਜ ਰਾਜ ਕਲਯੁਗ ਦਾ ਹੈ, ਪਹਿਰਾ ਗੁਰੂ ਨਾਨਕ ਦਾ ਹੈ। ਅਸੀਂ ਜੇ ਹੋਰ ਪਾਸੇ ਆਸੇ ਅਰਦਾਸਾਂ ਕਰਦੇ ਆ, ਕਈ ਮੜੀਆਂ ਮਸਾਣੀਆਂ ਨੂੰ ਪੂਜਦੇ ਆ, ਕਈ ਥਾਈਂ ਪਾਸੀ ਜਾਂਦੇ ਆ, ਟੂਣੇ ਟਾਮਣ ਕਰਦੇ ਆ। ਬਾਬਾ ਜੀ ਉਹਨਾਂ ਨੂੰ ਕਹਿੰਦੇ ਸੀ ਉਹ ਕੱਚੇ ਲੋਕ ਹੈ, ਕੱਚੇ। ਪੈਰੀ ਹੱਥ ਲਵਾਈ ਜਾਣੇ, ਥਾਪੜੇ ਦੇਈ ਜਾਣੇ। ਉਹਨਾਂ ਲਈ ਕੀ ਬਚਨ ਕਰਦੇ ਸੀ? ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਉਹ ਜਵੰਦੇ ਵਿਛੜੇ, ਉਹ ਮੋਇਆ ਨਾ ਜਾਈ ਸੋੜ। ਬਾਬਾ ਜੀ ਕਿਰਪਾ ਕਰਦੇ ਸੀ। ਸਾਡੇ ਤੇ ਬਾਬਾ ਜੀ ਇੰਨੀ ਕਿਰਪਾ ਕਰਨਗੇ, ਦਰਗਾਹ ਵਿੱਚ ਵੀ ਸਾਡੀ ਬਾਂਹ ਫੜਨਗੇ, ਪਰ ਅਸੀਂ ਇਹਨਾਂ ਦੇ ਬਣ ਜਾਈਏ
ਅਸੀਂ ਸਿਫਤ ਕਰਨੀ ਹੈ। ਜਦੋਂ ਸਿਫਤ ਕਰਾਂਗੇ ਸਾਡੀ ਦਰਗਾਹ ਵਿੱਚ ਗੰਢ ਪੈ ਜਾਵੇਗੀ, ਸਾਨੂੰ ਘਾਟਾ ਵੀ ਨਹੀਂ ਕਿਸੇ ਗੱਲ ਦਾ ਰਹੇਗਾ। ਇਹ ਸਿਫਤ ਦਾ ਖਜ਼ਾਨਾ ਕਿਵੇਂ ਹੱਥ ਆਉਂਦਾ ਹੈ? ਗੁਰੂ ਸਾਹਿਬ ਦੀ ਕਿਰਪਾ ਨਾਲ ਆਉਂਦਾ ਹੈ, ਮਹਾਂਪੁਰਸ਼ਾਂ ਦੀ ਕਿਰਪਾ ਨਾਲ ਆਉਂਦਾ ਹੈ। ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚੈ ਖਾਏ। ਸਤਿਗੁਰ ਬਿਨ ਹੱਥ ਨਾ ਆਵਈ, ਸਭ ਥੱਕੇ ਕਰਮ ਕਮਾਏ। ਉੱਤੀ ਗੰਢ ਪਵੈ ਸੰਸਾਰ, ਭੁੱਖਿਆਂ ਗੰਢ ਪਵੈ ਜਾਂ ਖਾਏ। ਬੇਦਾਂ ਗੰਢ ਬੋਲੇ ਸੱਚ ਕੋਏ, ਨਾਨਕ ਆਖੈ ਇਹੋ ਵਿਚਾਰ। ਸਿਵਤੀ ਗੰਢ ਪਵੈ ਦਰਬਾਰ। ਇੱਕ ਬੰਦਾ ਰੋਜ਼ ਗੁਰੂ ਘਰ ਵਿੱਚ ਜਾਂਦਾ ਹੈ, ਨਿਤਨੇਮੀ ਹੈ, ਪਾਠ ਪੂਜਾ ਕਰਦਾ ਹੈ, ਝਾੜੂ ਮਾਰਦਾ ਹੈ, ਕੋਈ ਲੰਗਰ ਦੀ ਸੇਵਾ ਕਰਦਾ ਹੈ। ਜੇ ਉਹ ਇੱਕ ਦਿਨ ਖੁੰਝ ਜਾਵੇ ਤਾਂ ਫਿਰ ਉੱਥੇ ਜਿਹੜਾ ਬੰਦਾ ਹਾਜ਼ਰ ਰਹਿੰਦਾ ਹੈ ਉਹ ਯਾਦ ਕਰਦਾ ਹੈ, ਬਈ ਅੱਜ ਫਲਾਨਾ ਬੰਦਾ ਆਇਆ ਨਹੀਂ, ਉਹਦੀ ਤਾਂ ਪੱਕੀ ਡਿਊਟੀ ਸੀ। ਕਿਉਂ? ਗੰਢ ਪਈ ਹੈ, ਪਿਆਰ ਪਿਆ ਤੇ ਗੁਰੂ ਸਾਹਿਬ ਵੀ ਆ ਯਾਦ ਕਰਦੇ ਆ, ਬਈ ਸਾਡਾ ਫਲਾਨਾ ਪ੍ਰੇਮੀ ਨਹੀਂ ਆਇਆ। ਜਿਹੜਾ ਬੰਦਾ ਨਿਤਨੇਮੀ ਆ, ਜੇ ਇੱਕ ਦਿਨ ਖੁੰਝ ਜਾਵੇ ਤਾਂ ਗੁਰੂ ਸਾਹਿਬ ਯਾਦ ਕਰਦੇ ਆ, ਬਈ ਕਿੱਥੇ ਚਲਿਆ ਗਿਆ। ਇਸ ਲਈ ਜੇ ਅਸੀਂ ਸਿਫਤ ਕਰਾਂਗੇ ਸਾਡੀ ਦਰਬਾਰ ਵਿੱਚ ਗੰਢ ਪੈ ਜਾਵੇਗੀ। ਤੇ ਅਸੀਂ ਸਿਫਤ ਕਰਨੀ ਆ ਆਪਣੇ ਮਾਲਕ ਦੀ। ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚੈ ਖਾਏ। ਫਿਰ ਜਿਹਨੂੰ ਬਾਬਾ ਜੀ ਸਿਫਤ ਦਾ ਖਜ਼ਾਨਾ ਬਖਸ਼ ਦਿੰਦੇ ਆ, ਉਹ ਆਪ ਵੀ ਖਰਚਦਾ ਹੈ ਤੇ ਦੂਜਿਆਂ ਨੂੰ ਵੀ ਖਰਚਾਉਂਦਾ ਹੈ। ਅੱਜ ਅਸੀਂ ਬਾਬਾ ਜੀ ਦੀ ਯਾਦ ਵਿੱਚ ਤੁਸੀਂ ਸੰਗਤਾਂ ਬੈਠੇ ਹੋ। ਸਾਡੇ ਗਿਆਨੀ ਜੀ ਭਦੌੜ ਦਾ ਬਚਨ ਕਰਦੇ ਸੀ, ਭਦੌੜ ਦਾ। ਇਹ ਭਦੌੜ ਰਹਿੰਦੇ ਆ। ਬਾਬਾ ਜੀ ਨੇ 6-7 ਸਾਲ ਉੱਥੇ ਸਾਤੋਂ ਖੇਤੀ ਕਰਾਈ ਹੈ। ਉੱਥੇ ਨਾ ਤਾਂ ਕੋਈ ਬਿਜਲੀ ਸੀ, ਬੜੇ ਬੜੇ ਟਿੱਬੇ ਹੁੰਦੇ ਸੀ ਤੇ ਵਿੱਚ ਕਈਆਂ ਨੇ ਤਾਂ ਕਹਿਣਾ ਲੈ ਉਹ ਸਾਧ ਖੇਤੀਆਂ ਕਰਦੇ ਆ। ਬਈ ਆਪਣੇ ਵੀ ਪਿੰਡਾਂ 'ਚ ਕਹਿੰਦੇ ਹੁੰਦੇ ਸੀ, ਬਾਬਾ ਜੀ ਦਾ ਨਾਂ ਲੈ ਕੇ ਉਹ ਖੇਤੀਆਂ ਕਰਾਉਂਦੇ ਆ। ਸਾਧਾਂ ਨੂੰ ਖੇਤੀਆਂ ਦੀ ਕੀ ਲੋੜ ਹੈ, ਐਂ ਵੀ ਕਹਿ ਦਿੰਦੇ ਸੀ। ਪਰ ਬਾਬਾ ਜੀ ਕੀ ਵਚਨ ਕਰ ਰਹੇ ਆ ਬਾਣੀ ਦੁਆਰਾ? ਉੱਤਮ ਖੇਤੀ ਮੱਧਮ ਵਪਾਰ, ਨੀਚ ਨੌਕਰੀ ਪੈਨ ਖਾਣਾ ਖੁਆਰ। ਜਦੋਂ ਗੁਰੂ ਸਾਹਿਬ ਨੇ ਚੌਥੀ ਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੇਤੀ ਕੀਤੀ ਸੀ, ਆਪ ਹਲ ਵਾਹਿਆ ਸੀ ਕਰਤਾਰਪੁਰ ਤੇ ਲੋਕਾਂ ਨੂੰ ਫਿਰ ਖੇਤੀ ਕਰਨੀ ਸਿਖਾਈ ਸੀ। ਬਾਬਾ ਜੀਆਂ ਨੇ ਉੱਥੇ ਸਾਥੋਂ ਟਿੱਬੇ ਬੜੇ ਕਰਾਹੇ। ਸਾਡੇ ਭਾਈ ਗੁਰਚਰਨ ਸੋਹਣੀ ਬੈਠੇ ਆ, ਦਿੱਲੀ ਤੋਂ ਆਏ ਆ। ਇਹਨਾਂ ਦੀ ਡਿਊਟੀ ਬਾਬਾ ਜੀ ਨੇ ਦਿੱਲੀ ਲਾਈ ਹੋਈ ਹੈ, ਗੁਲਾਬੀ ਬਾਗ।
ਇਹਨਾਂ ਦੀ ਕੀ ਡਿਊਟੀ ਹੁੰਦੀ ਸੀ? ਟਰੈਕਟਰ ਚਲਾਉਣ ਦੀ। ਕਈ ਟਰੈਕਟਰ ਘਸਾਤੇ ਇਹਨਾਂ ਨੇ ਉੱਤੇ, ਦਿਨ ਰਾਤ ਟਰੈਕਟਰ ਚਲਾਉਣਾ। ਇਹ ਨਹੀਂ ਸੀ ਹੁੰਦਾ ਵੀ ਰਾਤ ਨੂੰ ਦਿਨੇ ਚਲਾ ਲਿਆ ਤੇ ਰਾਤ ਨੂੰ ਹੁਣ ਸੌਂ ਜਾਓ। ਰਾਤ ਨੂੰ ਵੀ 12-12 1-1 ਵਜੇ ਤੱਕ ਚਲਾਉਂਦੇ ਰਹਿਣਾ। ਸਵੇਰੇ ਬਾਬਾ ਜੀ ਨੇ ਫੇਰ ਕਹਿ ਦੇਣਾ। ਇਹ ਇੱਕ ਦਿਨ ਸਾਨੂੰ ਕਹਿਣ ਲੱਗੇ ਉਹਦਾ ਟਰੈਕਟਰ ਦਾ ਕੁੱਜਾ ਜਿਹਾ ਸਾਫ਼ ਕਰੀ ਜਾਣ। ਹੁਣ ਅਸੀਂ ਬਾਬਾ ਜੀ ਦਾ ਪ੍ਰਸ਼ਾਦਾ ਲਿਜਾਂਦੇ ਹੁੰਦੇ ਸੀ। ਬਾਬਾ ਜੀ ਨੇ ਕਹਿਣਾ ਵੀ ਗੁਰਚਰਨ ਕੀ ਕਰਦਾ ਹੈ? ਮੈਂ ਕਿਹਾ ਬਾਬਾ ਜੀ ਉਹ ਟਰੈਕਟਰ ਕੋਲੇ ਆ ਬਾਹਰ, ਉਹਨੂੰ ਕਹੋ ਛੇਤੀ ਕਰੇ। ਅਸੀਂ ਫਿਰ ਹੁਕਮ ਵਜਾਉਣਾ ਹੁੰਦਾ ਸੀ, ਬਈ ਗੁਰਚਰਨ ਸਿਆ ਛੇਤੀ ਕਰ। ਤੇ ਮੈਨੂੰ ਕਹਿਣ ਲੱਗਿਆ ਬਨਾਸ ਮਾਰ ਕੇ, ਕਹਿੰਦਾ ਘਾਲਾ ਸਿਆ ਆਪਣੀ ਛੇਤੀ ਕਦੋਂ ਮੁੱਕੇਗੀ? ਇਹ ਬਾਬਾ ਜੀ ਤਾਂ ਕਦੇ ਕਹਿੰਦੇ ਨਹੀਂ ਹੌਲੀ ਕਰੋ, ਛੇਤੀ 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 ਛੇਤੀ। ਤੇ ਅਸੀਂ ਕੀ ਕਹਿਣਾ ਸੀ? ਤੇ ਜਦੋਂ ਜੇਲ੍ਹ ਘਰ ਜਾਣਾ ਪੈ ਗਿਆ, ਮੈਂ ਕਿਹਾ ਲੈ ਮੁੱਕ ਗਈ ਛੇਤੀ, ਬੈਠਾ ਰਹਿ। 2-3 ਸਾਲ ਲੱਗ ਗਏ। ਜਿਹੜੀ ਮਹਾਂਪੁਰਸ਼ਾਂ ਨੇ ਉਹ ਸੇਵਾ ਕਰਾਈ, ਉਹ ਵੀ ਇੱਕ ਵੱਖਰਾ ਪ੍ਰੋਗਰਾਮ ਸੀ। ਬੜਾ ਕੰਮ ਕਰਾਉਣਾ, ਇਹ ਨਹੀਂ ਸੀ ਸਾਥੋਂ ਕਰਾਉਣਾ। ਆਪ ਵੀ ਸੋਟੀ ਲੈ ਕੇ ਉੱਤੇ ਖੜਦੇ ਸੀ। ਕਈ ਵਾਰੀ ਬਾਬਾ ਜੀ ਨੇ ਜਿੰਦਰਾ ਫੜ ਲੈਣਾ, ਕਹਿਣਾ ਸੋਨੂੰ ਨਹੀਂ ਪਤਾ ਪੱਟਾਂ ਕਿਵੇਂ ਪਾਈ ਦੀਆਂ, ਜਾ ਹੋ ਉੱਥੇ ਡਲਾ ਰੱਖ। ਸਾਹਮਣੇ ਡਲਾ ਰੱਖਣਾ, ਫਿਰ ਡਲੇ ਨੂੰ ਸਿੱਧੀ ਵੱਟ ਪਾਉਣੀ, ਪਹਿਲਾਂ ਲੀਖਰ ਮਰਵਾਉਣੀ, ਫਿਰ ਵੱਟ ਪਾਉਣੀ। ਕਈ ਵਾਰੀ ਆਪ ਜਿੰਦਰਾ ਫੜ ਲੈਣਾ, ਜੇ ਮੂਹਰੇ ਤੋਂ ਖਿੱਚਿਆ ਨਾ ਜਾਣਾ, ਕਹਿਣਾ ਲੈ ਮੈਨੂੰ ਫੜਾ, ਮੈਂ ਖਿੱਚ ਕੇ ਵਗਾਵਾਂ, ਜਿੰਨਾ ਮਰਜ਼ੀ ਦੱਬਦੀ। ਐ ਵੀ ਬਾਬਾ ਜੀ ਜੋਰ ਲਾਉਂਦੇ ਸੀ। ਬੜਾ ਕੰਮ ਕਰਾਇਆ। ਪਾਸੇ ਵਾਲੇ ਲੋਕ ਵੇਖਿਆ ਕਰਨ, ਬਈ ਇਹ ਤਾਂ ਬੜਾ ਕੰਮ ਕਰਦੇ ਆ। ਜਦੋਂ ਪਹਿਲੇ ਸਾਲ ਹੀ, ਪਹਿਲਾਂ ਤਾਂ ਨਰਮਾ ਬੀਜਿਆ ਸੀ, ਦੂਜੇ ਜਾਂ ਤੀਜੇ ਸਾਲ ਫਿਰ ਅਸੀਂ ਝੋਨਾ ਲਾਇਆ। ਹੁਣ ਉੱਚੀ ਜਗ੍ਹਾ ਸੀ, ਪਾਣੀ ਖੜੇ ਨਾ ਉਹਦੇ ਵਿੱਚ। ਮੈਂ ਕਿਹਾ ਬਾਬਾ ਜੀ ਪਾਣੀ ਤਾਂ ਖੜਦਾ ਨਹੀਂ। ਬਾਬਾ ਕਹਿੰਦੇ ਤਾਂ ਕੀ ਹੋ ਗਿਆ ਨਹੀਂ ਖੜਦਾ? ਤੁਸੀਂ ਮੰਗਰੇ ਮਗਰ ਪਾਣੀ ਛੱਡੋ, ਨਾਲੇ ਵਿੱਚ ਝੋਨਾ ਲਾਓ। ਹੁਣ ਝੋਨਾ ਫੇਰ ਵੀ ਦੱਬਿਆ ਨਾ ਜਾਵੇ ਰੇਤੇ ਵਿੱਚ। ਸਾਨੂੰ ਐਡੇ ਐਡੇ ਕਿੱਲ ਫੜਾਤੇ, ਕਹਿੰਦੇ ਆਹ ਕਿੱਲ ਲੈ ਲਓ ਤੇ ਐਂ ਗਲੀ ਕਰਿਆ ਕਰੋ ਤੇ ਝੋਨਾ ਲਾ ਦਿਆ ਕਰੋ। ਐਂ ਲਵਾਇਆ ਸਾਤੋਂ 1.5-2 ਕਿੱਲੇ ਝੋਨਾ, ਤੇ ਸਾਰਿਆਂ ਨੂੰ ਵੱਧ ਹੋਇਆ। ਉਹ ਪਾਣੀ ਫੇਰ ਦਿਆ ਕਰੀਏ, ਮਗਰੇ ਸੁੱਕ ਜਾ ਕਰੇ। ਕਹਿੰਦੇ ਕੁਛ ਨਹੀਂ ਹੁੰਦਾ, ਤੀਜੇ ਦਿਨ ਪਾਣੀ ਫੇਰੀ ਜਾਓ ਬਸ। ਅੱਜ ਉੱਥੇ ਬੜਾ ਬੜਾ ਝੋਨਾ ਹੁੰਦਾ ਹੈ। ਫਿਰ ਵੇਖਣ ਆਇਆ ਕਰਨ, ਬਈ ਬੜਾ ਝੋਨਾ ਹੋਇਆ ਉੱਥੇ। ਐਂ ਬਾਬਾ ਜੀ ਨੂੰ ਖੇਤੀ ਦਾ ਬਹੁਤ ਸ਼ੌਂਕ ਸੀ। ਉਹ ਸਾਨੂੰ ਲੋਕਾਂ ਨੂੰ ਮਾਰ-ਮਾਰ ਖੀਰ ਖਵਾਉਂਦੇ ਸੀ, ਬਈ ਇਹ ਜਿਹੜੇ ਨੌਜਵਾਨ ਕੋਲੇ ਰੱਖੇ ਆ, ਇਹਨਾਂ ਦਾ ਜਿਹੜਾ ਮਨ ਹੈ ਮਾੜੇ ਪਾਸੇ ਨਾ ਲੱਗੇ, ਇਹਨਾਂ ਨੂੰ ਕੰਮ ਤੇ ਹੰਭਾ ਕੇ ਰੱਖੀਏ। ਸਾਥੋਂ ਹੁਕਮ ਮਨਾਉਂਦੇ ਸੀ, ਬਈ ਸੇਵਾਦਾਰ ਦਾ ਕੀ ਹੁਕਮ ਹੈ, ਕੀ ਕੰਮ ਹੈ ਸੇਵਾਦਾਰ ਦਾ? ਆਪਣੇ ਮਾਲਕ ਦਾ ਹੁਕਮ ਮੰਨਣਾ, ਆਗਿਆ ਵਿੱਚ ਰਹਿਣਾ। ਜੇ ਹੁਕਮ ਨਹੀਂ ਮੰਨਦਾ, ਜਵਾਬ ਸਵਾਲ ਕਰਦਾ, ਫਿਰ ਬਾਬਾ ਜੀ ਜਿਵੇਂ ਬਾਣੀ ਅੰਦਰ ਕਿਰਪਾ ਕਰਦੇ ਆ, ਜਵਾਬ ਸਵਾਲ ਦੋਨੋਂ ਕਰੇ, ਮੁੱਢੋਂ ਕੁੱਥਾ ਜਾਏ। ਉੱਥੇ ਫਿਰ ਪ੍ਰਸੰਨਤਾ ਨਹੀਂ ਸੀ ਮਿਲਦੀ। ਐਂ ਬਾਬਾ ਜੀ ਉੱਥੇ ਸੇਵਾ ਕਰਾਉਂਦੇ ਸੀ। ਕਿਹੜਾ ਰਾਤ ਦਾ ਸਮਾਂ ਤੇ ਅਸੀਂ ਦਿਨ ਦਾ ਸਪਾ ਜਿਹਾ ਸੀ। ਬਾਬਾ ਜੀ ਭੋਰੇ ਤੇ ਬੈਠੇ, ਉਧਰ ਮਸ਼ੀਨ ਲੱਗੀ ਵੀ ਝੋਨੇ ਦੇ ਵਿੱਚ ਝੋਨਾ ਵੱਢਣ।
ਤੇ ਬੰਦਾ ਆਇਆ ਜੀਪ ਤੇ ਮਗਰ, ਮਸ਼ੀਨ ਦਾ ਮਾਲਕ, ਉਹ ਉਹਦੇ ਕੰਨ ਵਿੱਚ ਫੂਕ ਮਾਰ ਕੇ ਉਦੋਂ ਹੀ ਮੁੜ ਗਿਆ। ਉਹਨੇ ਉਦੋਂ ਗੇਅਰ ਬਦਲਤਾ ਮਸ਼ੀਨ ਦਾ, ਤੇਜ਼ ਕਰਤੀ। ਬਾਬਾ ਜੀ ਨੇ ਮੈਨੂੰ ਭਜਾਇਆ, ਕਹਿੰਦੇ ਜਾ ਭੱਜ ਕੇ ਰੋਕ ਦੇ ਮਸ਼ੀਨ। ਮਗਰੇ ਹੀ ਬਾਬਾ ਜੀ ਚਲੇ ਗਏ। ਬਾਬਾ ਜੀ ਕਹਿੰਦੇ ਆ ਸੋਟੀ ਦੀਂਦੀ ਆ ਤੈਨੂੰ ਪਤਾ ਇਹ ਕਿਵੇਂ ਪਾਲਿਆ ਝੋਨਾ, ਤੇ ਤੂੰ ਭਜਾ ਕੇ ਮਸ਼ੀਨ ਤੇਰੇ ਮਾਲਕ ਦੇ ਕਹਿਣ ਤੇ ਹੁਣ ਤੂੰ ਰਾਤ ਨੂੰ ਖਰਾਬ ਕਰਨ ਲੱਗਿਆ। ਉਧਰ ਖੜਾ ਦੇ ਮਸ਼ੀਨ, ਕੱਲ ਨੂੰ ਵੱਢਾਂਗੇ। ਐਂ ਬਾਬਾ ਜੀ ਗੌਰ ਰੱਖਦੇ ਸੀ। ਕਈ ਵਾਰੀ ਜ਼ਿਮੀਂਦਾਰ ਪਿੰਡ ਵਿੱਚ ਜਾਂਦੇ ਆ, ਜੇ ਬੋਤਲ ਵਿਖਾ ਦਿੰਦਾ ਆੜਤੀਆ ਤਾਂ ਆਪ ਪੀਣ ਲੱਗ ਜਾਂਦੇ ਆ, ਤੇ ਉਧਰ ਨੌਤੀਆ ਬਾਈ ਹੋਈ ਜਾਂਦਾ। ਕਈ ਵਾਰੀ ਐਂ ਵੀ ਹੁੰਦਾ ਲੋਕਾਂ ਨਾਲ। ਨਹੀਂ, ਜਦੋਂ ਫਸਲ ਪਲ ਜਾਂਦੀ ਹੈ ਉਦੋਂ ਫਿਰ ਉਹਦੇ ਤੇ ਪਹਿਰਾ ਵੀ ਰੱਖਣਾ ਪੈਂਦਾ। ਜਿਹੜੀ ਫਸਲ ਹੁੰਦੀ ਹੈ ਉਹਦਾ ਧਿਆਨ ਵੀ ਰੱਖਣਾ ਪੈਂਦਾ। ਤੇ ਬਾਬਾ ਜੀ ਸਾਥੋਂ 30-35 ਕਿੱਲਿਆਂ ਦੀ ਖੇਤੀ ਕਰਾਉਂਦੇ ਸੀ। 3-4 ਬੰਦੇ ਹੁੰਦੇ ਸੀ ਅਸੀਂ ਉੱਥੇ। ਐਂ ਬਾਬਾ ਜੀ ਨੇ ਜਿਹੜੇ ਦਾਲੇ ਦੇ ਲੋਕ ਹੈ ਉਹ ਵੀ ਖੇਤੀਆਂ ਕਰਨ ਲੱਗ ਗਏ। ਉੱਥੇ ਮੋਟਰਾਂ ਵੀ ਲਾਤੀਆਂ, ਹੁਣ ਸਾਰੇ ਮੋਟਰਾਂ ਲੱਗ ਗਈਆਂ, ਤੇ ਉੱਥੇ ਸੜਕ ਵੀ ਜਾ ਬੜੀ। ਤੇ ਇਸ ਤਰ੍ਹਾਂ ਬਾਬਾ ਜੀ ਨੇ ਸਾਥੋਂ ਖੇਤੀ ਕਿਉਂ ਕਰਾਈ? ਉਹ ਮਹਾਂਪੁਰਸ਼ ਸੀ, ਬੜੇ ਸੋਹਣੇ ਵਿਚਾਰ ਦਿੰਦੇ ਸੀ। ਅਸੀਂ ਕਲਕੱਤੇ ਗਏ, ਪੂਨੇ ਗਏ, ਰਾਂਚੀ ਗਏ, ਬੜੇ ਬੜੇ ਸ਼ਹਿਰਾਂ ਵਿੱਚ ਜਾਂਦੇ ਸੀ, ਪਰ ਬਾਬਾ ਜੀ ਦੀ ਰਜਾ ਸੀ। ਕੁਝ ਸਮਾਂ ਬਾਬਾ ਜੀ ਕਹਿਣ ਲੱਗੇ ਬਈ ਅਸੀਂ ਭਦੌੜ ਹੀ ਰਹਿਣਾ। ਉਹ ਜਗ੍ਹਾ ਕਿਵੇਂ ਸੀ? ਉਹ ਜਗ੍ਹਾ ਆਪਣੇ ਇੱਕ ਰਾਜੇ ਸੀਗੇ ਪਟਿਆਲੇ, ਉਹਨਾਂ ਨੇ, ਉਹ ਮਾਤਾ ਨੇ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦੇ ਨਾਂ ਤੇ 20 ਕਿੱਲੇ ਜ਼ਮੀਨ ਗੁਰੂ ਘਰ ਨੂੰ ਛੱਡੀ ਸੀ। ਉਹ ਗੁਰੂ ਘਰ ਦੀ ਜ਼ਮੀਨ ਹੈ, ਨਾਨਕਸਰ ਦੀ। ਤੇ ਇਸ ਤਰ੍ਹਾਂ ਉਹ ਜ਼ਮੀਨ ਉਦੋਂ ਨਵੀਂ ਬਹਿ ਕੀਤੀ ਸੀ। ਫਿਰ ਬਾਬਾ ਜੀ ਨੇ ਪ੍ਰਚਾਰ ਬੜਾ ਕੀਤਾ। ਜਦੋਂ ਸ਼ਹਿਰਾਂ ਵਿੱਚ ਜਾਣਾ, ਇੱਧਰ ਆਪਣੇ ਰਾਂਚੀ ਨਿਹਾਲ ਸਿੰਘ ਹੋਣੀ ਹੁੰਦੇ ਸੀ, ਇੱਥੇ ਆਪਣੇ ਮਾਣੂਕਿਆਂ ਦੇ ਹੀ ਗਿਆਨੀ ਨਿਹਾਲ ਸਿੰਘ ਹੋਣੀ। ਬਾਬਾ ਜੀ ਨੇ ਮਾਣੂਕੀ ਜਾਣਾ, ਉੱਥੇ ਆਪਣੇ ਰਾਂਚੀ, ਤੇ ਰਾਂਚੀ ਉੱਥੇ ਜਿਹੜਾ ਗੁਰਦੁਆਰਾ ਸੀ ਸਿੰਘ ਸਭਾ, ਉਹ ਗੁਰਦੁਆਰੇ ਦੇ ਵਿੱਚ ਇੱਕ ਗ੍ਰੰਥੀ ਸਿੰਘ ਹੁੰਦਾ ਸੀ। ਉਸ ਨੇ ਹੁਕਮਨਾਮਾ ਲੈਣਾ। ਬਾਬਾ ਜੀ ਬਚਨ ਬਿਲਾਸ ਸਵੇਰੇ ਵੇਲੇ ਵੀ ਕਰਦੇ ਸੀ। ਇੱਕ ਦਿਨ ਬਾਬਾ ਜੀ ਨੂੰ ਕਹਿਣ ਲੱਗਿਆ, ਬਾਬਾ ਜੀ ਮੈਂ ਬੜਾ ਢਿੱਲਾ ਰਹਿਣਾ, ਮੈਨੂੰ ਗੁਪਤ ਰੋਗ ਚਿੰਬੜੇ ਹੋਏ ਆ, ਮੇਰੇ ਤੇ ਮਿਹਰ ਕਰੋ। ਮੇਰੇ 3-4 ਜਵਾਕ ਹੈ, ਉਹ ਵੀ ਪੜ੍ਹਾਈ ਨਹੀਂ ਚੰਗੀ ਹੋ ਰਹੀ, ਪੈਸਾ ਨਹੀਂ ਜੁੜਦਾ, ਤੇ ਗੁਰਦੁਆਰੇ ਦੇ ਪੈਸਿਆਂ ਨਾਲ ਮੇਰਾ ਕੰਮ ਨਹੀਂ ਚੱਲਦਾ, ਤੇ ਮੈਨੂੰ ਦਵਾਈਆਂ ਹੀ ਮਸਾਂ ਪੂਰੀਆਂ ਹੁੰਦੀਆਂ। ਬਾਬਾ ਜੀ ਕਹਿਣ ਲੱਗੇ, ਭਾਈ ਤੈਨੂੰ ਕੋਈ ਬਚਨ ਕਹੀਏ ਫਿਰ ਮੰਨੇਗਾ? ਕਹਿੰਦਾ ਹਾਂ ਬਾਬਾ ਜੀ ਮੰਨੂਗਾ। ਬਾਬਾ ਜੀ ਕਹਿਣ ਲੱਗੇ, ਤੂੰ ਇੱਧਰ ਦੀ ਹੋ ਕੇ ਆਇਆ, ਮਾਈਆਂ ਵਾਲੇ ਪਾਸੇ ਦੀ, ਕਿੱਥੋਂ ਆਇਆ ਸੀ? ਮੈਂ ਬਾਬਾ ਜੀ ਬਾਥਰੂਮ ਜਾ ਕੇ ਆਇਆ ਸੀ, ਸਰਲਾ ਮਾਰ ਕੇ। ਬਾਬਾ ਜੀ ਕਹਿੰਦੇ, ਤੂੰ ਸੱਚ ਦੱਸੀ, ਤੇਰੇ ਰੇਪ ਪਜਾਮਾ ਪਾਇਆ, ਕੀ ਤੂੰ ਸਰਲਾ ਮਾਰ ਕੇ ਆਇਆ? ਤੇਰੇ ਤੇ ਸਿੱਟੇ ਨਹੀਂ ਪੈਂਦੇ? ਆਪਦੇ ਮਨ ਦੀ ਗੱਲ ਦੱਸੀ, ਸੱਚੀ। ਕਹਿੰਦਾ ਬਾਬਾ ਜੀ ਪੈ ਤਾਂ ਜਾਂਦਾ ਹੋਣਾ ਕੋਈ ਨਾ ਕੋਈ ਸਿੱਟਾ। ਫਿਰ ਬਾਬਾ ਜੀ ਕਹਿੰਦੇ ਸੁੱਚ ਮਰੇਗੀ। ਫਿਰ ਗੁਰੂ ਸਾਹਿਬ ਦੇ ਹਜ਼ੂਰ ਤੁਸੀਂ ਬੈਠਣਾ, ਫਿਰ ਤੁਸੀਂ ਐਂ ਹੱਥ ਮਾਰਨਾ, ਫਿਰ ਐਂ ਵੀ ਕਰਨਾ।
ਤੁਹਾਡੀ ਸੋਚ ਮ ਰਹੇਗੀ। ਬਾਬਾ ਜੀ ਕਹਿੰਦੇ ਇੱਥੇ ਹੀ ਨੁਕਸ ਹੈ। ਫਿਰ ਤੁਸੀਂ ਐਡਾ ਸੋਹਣਾ ਤੁਹਾਡਾ ਗੁਰਦੁਆਰਾ ਹੈ, ਤੁਸੀਂ ਗੁਰੂ ਸਾਹਿਬ ਤੇ ਅੱਡ ਕਮਰਾ ਬਣਾਓ, ਜਿੱਥੇ ਗੁਰੂ ਸਾਹਿਬ ਦਾ ਸੁਖ ਆਸਣ ਕਰਨਾ ਹੋਵੇ, ਗੁਰੂ ਸਾਹਿਬ ਆਰਾਮ ਕਰ ਸਕਣ, ਉਹ ਜਗ੍ਹਾ ਵੀ ਬਣਾਉਣੀ ਚਾਹੀਦੀ ਹੈ ਤੁਹਾਨੂੰ ਅੱਡ। ਹਾਂ ਬਾਬਾ ਜੀ। ਫਿਰ ਬਾਬਾ ਜੀ ਕਹਿਣ ਲੱਗੇ ਤੇਰੇ ਘਰ ਵਾਲੀ ਹੈ, ਤੇਰੇ ਬੱਚੇ ਹੈ, ਉਹ ਗੁਰੂ ਘਰ ਵਿੱਚ ਝਾੜੂ ਮਾਰਦੇ ਆ, ਕੋਈ ਸੇਵਾ ਕਰਦੇ ਆ? ਨਹੀਂ ਜੀ, ਉਹ ਤਾਂ ਨਹੀਂ ਕਰਦੇ, ਮਾਂ ਹੀ ਕਰਦਾ। ਬਾਬਾ ਜੀ ਕਹਿੰਦੇ ਉਹਨਾਂ ਨੂੰ ਵੀ ਕਿਹਾ ਕਰ, ਤੁਸੀਂ ਇੱਥੋਂ ਦੀਆਂ ਰੋਟੀਆਂ ਖਾਂਦੇ ਹੋ, ਇੱਥੇ ਸੇਵਾ ਕਰਿਆ ਕਰੋ, ਝਾੜੂ ਮਾਰਿਆ ਕਰੋ, ਤੁਹਾਡੇ ਪੁੰਨ ਵਧਣਗੇ। ਸੋਨੂੰ ਲੋਕ ਦੇਖ ਕੇ ਉਹਨਾਂ ਵਿੱਚ ਹਮਦਰਦੀ ਪੈਦਾ ਹੋਵੇਗੀ, ਉਹ ਤੁਹਾਨੂੰ ਪੈਸੇ ਦੇ ਜਾਣਗੇ ਤੇ ਤੁਹਾਡੀ ਪੜ੍ਹਾਈ ਦਾ ਕੰਮ ਵੀ ਚੱਲ ਪਏਗਾ। ਪਰ ਤੂੰ ਬਾਬਾ ਜੀ ਕਹਿੰਦੇ ਅੱਜ ਤੋਂ ਜਦੋਂ ਬਾਥਰੂਮ ਜਾਣਾ, ਚੰਗੀ ਤਰ੍ਹਾਂ ਲੱਤਾਂ ਪੈਰ ਧੋ ਕੇ ਆਉਣੇ ਐ ਤੇ ਪਜਾਮੀ ਪਾ ਕੇ ਬਾਥਰੂਮ ਨਹੀਂ ਜਾਣਾ। ਤੇ ਜਦੋਂ ਕੇਸੀ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਹੁਕਮਨਾਮਾ ਲੈਣਾ, ਮੂੰਹ ਮੂਰੇ ਪੱਲਾ ਕਰਨਾ, 7 ਵਚਨ ਜੀ। ਬਾਬਾ ਜੀ ਕਹਿੰਦੇ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕਰਨੀ ਹੈ ਗੁਰੂ ਸਾਹਿਬ ਦੀ, ਤੇ ਫਿਰ ਗੁਰੂ ਸਾਹਿਬ ਸਾਰੀਆਂ ਹੀ ਮਿਹਰਾਂ ਕਰ ਦੇਣਗੇ। ਅਸੀਂ ਉੱਥੇ 12-13 ਗੇਰੀ ਗਏ ਆ ਰਾਂਚੀ। ਜਦੋਂ ਦੂਜੇ ਸਾਲ ਗਏ, ਉਹਨੇ ਉੱਠ ਕੇ ਦੀਵਾਨ ਵਿੱਚ ਖੜਿਆ ਹੋ ਕੇ ਫਿਰ ਇਹ ਬਚਨ ਕਿਹਾ, ਸਾਧ ਸੰਗਤ ਜੀ, ਮਹਾਂਪੁਰਸ਼ਾਂ ਅੱਗੇ ਮੈਂ ਬੇਨਤੀ ਕੀਤੀ ਸੀ ਬਈ ਮੈਨੂੰ 2-3 ਗੁਪਤ ਰੋਗ ਲੱਗੇ ਆ, ਮੇਰੇ ਤੇ ਮਿਹਰ ਕਰੋ। ਇਹਨਾਂ ਨੇ ਆ ਮੈਨੂੰ ਸਮੱਤ ਦਿੱਤੀ ਸੀ। ਅਸੀਂ ਕਮੇਟੀ ਵਾਲੀਆਂ ਨੂੰ ਕਹਿ ਕੇ ਕਮਰਾ ਵੀ ਬਣਾ ਲਿਆ, ਗੁਰੂ ਸਾਹਿਬ ਦਾ ਸੁਖ ਆਸਣ ਵੀ ਹੋ ਗਿਆ। ਹੁਣ ਮੇਰਾ ਪਰਿਵਾਰ ਸਾਰੇ ਝਾੜੂ ਮਾਰਦੇ ਆ, ਸਫਾਈਆਂ ਕਰਦੇ ਆ, ਤੇ ਇੱਥੇ ਸਾਰੇ ਪੈਦਾਨ ਝਾੜਦੇ ਆ। ਉਦੋਂ ਦੇ ਲੋਕ ਜਾਂਦੇ ਜਾਂਦੇ ਪੈਸੇ ਵੀ ਦੇ ਜਾਂਦੇ ਆ, ਤੇ ਮੇਰੇ ਬੱਚਿਆਂ ਦਾ ਪੜ੍ਹਾਈ ਦਾ ਕੰਮ ਵੀ ਚੱਲ ਪਿਆ, ਤੇ ਮੇਰੇ ਤੇ ਵੀ ਗੁਰੂ ਸਾਹਿਬ ਨੇ ਮਿਹਰ ਕਰਤੀ, ਮੈਂ ਕਈ ਰੋਗਾਂ ਤੋਂ ਠੀਕ ਹੋ ਗਿਆ। ਇਹ ਸੇਵਾ ਨਹੀਂ ਮੇਵਾ ਮਿਲਦਾ। ਜੇ ਅਸੀਂ ਲੋਕ ਦਿਖਾਵਾ ਹੀ ਕਰਦੇ ਆ, ਤਹਿ ਦਿਲੋਂ ਸੇਵਾ ਨਹੀਂ ਕਰਦੇ, ਤੇ ਫਿਰ ਬਾਬਾ ਜੀ ਕਹਿੰਦੇ ਸੀ ਭਾਈ ਫਿਰ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਹੁੰਦੀ। ਆਏ ਉਹ ਭਾਈ ਨੇ ਫਿਰ ਸੰਗਤ ਵਿੱਚ ਦੱਸਿਆ, ਬਾਬਾ ਜੀ ਨੇ ਉੱਥੇ ਹਜ਼ਾਰਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ, ਗੁਰੂ ਵਾਲੇ ਬਣਾਇਆ। ਉੱਥੇ ਸਿੰਧੀ ਲੋਕ ਬਹੁਤ ਸੀ ਜਿਹੜੇ ਗੁਰੂ ਨਾਨਕ ਨੂੰ ਮੰਨਣ ਵਾਲੇ ਆ। ਇੱਕ ਟਾਈਮ ਉਹਨਾਂ ਦੇ ਗੁਰਦੁਆਰੇ ਲਾਉਣਾ, ਇੱਕ ਟਾਈਮ ਸਿੰਘ ਸਭਾ ਗੁਰਦੁਆਰੇ ਲਾਉਣਾ, 2 ਟਾਈਮ ਦੀਵਾਨ ਲਾਉਂਦੇ ਸੀ ਬਾਬਾ ਜੀ ਦਿਹਾੜੀ ਦੇ ਵਿੱਚ, ਰਾਂਚੀ ਪਿੰਡ ਵਿੱਚ, ਸ਼ਹਿਰ 'ਚ, ਆਪਣੇ ਬਿਹਾਰ ਵਿੱਚ। ਇਹ ਇਸ ਤਰ੍ਹਾਂ ਬਾਬਾ ਜੀ ਨੇ ਦੀਵਾਨ ਲਾਏ, ਹਜ਼ਾਰਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ। ਆ ਪੂਨੇ ਸਤਾਰੇ, ਉੱਥੇ ਵੀ ਬਾਬਾ ਜੀ ਗਏ, 750 ਬੰਦੇ ਨੂੰ ਅੰਮ੍ਰਿਤ ਛਕਾਇਆ ਬਾਬਾ ਜੀ ਨੇ। ਤੇ ਜਦੋਂ ਅਸੀਂ ਹੁਣ ਗਏ ਉੱਥੇ, ਦੇਖ ਲਓ, ਇਹ ਤਾਂ ਗੱਲ ਹੋਊਗੀ 30-35 ਸਾਲ ਦੀ। ਬਾਬਾ ਜੀ 1966 'ਚ ਗਏ ਸੀ, ਦੇਖ ਲਓ ਕਿੰਨਾ ਚਿਰ ਹੋ ਗਿਆ। 1966 ਵਿੱਚ ਗਏ ਸੀ ਪੂਨੇ ਸਤਾਰੇ, ਤੇ ਅਸੀਂ ਪਿੱਛੇ ਜੇ 10-12 ਸਾਲ ਹੋ ਗਏ, 10 ਸਾਲ ਹੋ ਗਏ ਹੋਣੇ ਆ, ਉਦੋਂ ਗਏ ਪੂਨੇ। ਹੁਣ ਤਾਂ ਉੱਥੇ ਆਬਾਦੀ ਵੀ ਬੜੀ ਸੰਘਣੀ ਹੋ ਗਈ। ਤੇ ਉਹ ਸਾਨੂੰ ਪੁੱਛਣ ਬੁੜੇ, ਕਹਿੰਦੇ ਬਈ ਬਾਬਾ ਜੀ ਇੱਥੇ ਇੱਕ ਮਹਾਂਪੁਰਸ਼ ਆਏ ਸੀ ਨਾਨਕਸਰ ਕਲੇਰਾਂ ਤੋਂ, ਉਹਨਾਂ ਨੇ ਸਾਡੇ ਗੁਰਦੁਆਰੇ ਦੀਆਂ ਕਮੇਟੀਆਂ ਦਾ ਰਾਜੀ ਬੰਦਾ ਵੀ ਕਰਾਇਆ,
ਤੇ ਫਿਰ ਉਹਨਾਂ ਨੇ ਇੱਥੇ ਸਾਡੇ ਗੁਰਦੁਆਰੇ ਦਾ ਲੈਂਟਰ ਵੀ ਪਵਾਇਆ ਤੇ ਉਹਨਾਂ ਨੇ ਅੰਮ੍ਰਿਤ ਵੀ ਸੰਗਤਾਂ ਨੂੰ ਬਹੁਤ ਛਕਾਇਆ। 2.5 ਮਹੀਨੇ ਰਹੇ ਸੀ। ਮੈਂ ਕਿਹਾ ਠੀਕ ਆ। ਕਹਿੰਦੇ ਇੱਕ ਉਹਨਾਂ ਨਾਲ ਸੇਵਾਦਾਰ ਹੁੰਦਾ ਸੀ, ਘਾਲਾ ਨਾਂ ਸੀ ਉਹਦਾ, ਤੇ ਕਹਿੰਦੇ ਉਹ ਬੰਦਾ ਵੀ ਵਧੀਆ ਰੌਣਕੀ ਸੀ, ਸਾਡੇ ਨਾਲ ਬੜਾ ਪ੍ਰੇਮ ਸੀ। ਅਸੀਂ ਇਕੱਠਿਆਂ ਬਹਿ ਕੇ ਚਾਹ ਚੂ ਪੀਣੀ, ਬੜੀਆਂ ਗੱਲਾਂ ਸੁਣਾਉਂਦਾ ਸੀ। ਸਾਨੂੰ ਕਹਿਣ ਲੱਗੇ, ਹੁਣ ਅਸੀਂ ਸੁਣ ਤਾਂ ਲਈਆਂ, ਉਹਨਾਂ ਨੂੰ ਜਵਾਬ ਨਹੀਂ ਦਿੱਤਾ ਕੋਈ ਵੀ। ਮਗਰੋਂ ਸਾਡੇ ਬੰਦਿਆਂ ਨੂੰ ਮਿਲ ਗਏ ਕਿਸੇ ਨੂੰ, ਹੁਣ ਉਹਨਾਂ ਕੋਲੇ ਖੂੰਡੀਆਂ ਪੜੀਆਂ ਵੀਆਂ, ਵਿਚਾਰਿਆਂ ਦੇ ਸਾਡੇ ਨੂੰ ਗੋਡੇ ਜੇ ਦੁਖਣ, ਮਸਾਂ ਤੁਰਦੇ ਸੀ, ਉਦੋਂ ਨੌਜਵਾਨ ਸੀ। ਤੇ ਜਦੋਂ ਇਹਨਾਂ ਨੇ ਦੱਸਤਾ, ਕਹਿੰਦੇ ਘਾਲਾ ਸਿੰਘ ਤਾਂ ਇਹੀ ਹੈ। ਮਗਰੋਂ ਆ ਗਏ ਸਾਡੇ ਕੋਲੇ, ਖੂੰਡੀ ਸਿੱਟ ਕੇ ਜੱਫੀ ਪਾਉਣ ਲੱਗੇ। ਮੈਂ ਪਿੱਛੇ ਹਟ ਗਿਆ। ਮੈਂ ਕਿਹਾ ਨਾ, ਉਹ ਤੂੰ ਯਾਰ ਸਾਨੂੰ ਦੱਸਿਆ ਹੀ ਨਹੀਂ ਘਾਲਾ ਸਿਆ ਵੀ ਮੈਂ ਬਾਬਾ ਬਣ ਗਿਆ। ਮੈਂ ਕਿਹਾ ਭਾਈ, ਫਿਰ ਉਹਨਾਂ ਨੂੰ ਕਬੀਰ ਜੀ ਦੀ ਗੱਲ ਸੁਣਾਈ। ਮੈਂ ਕਿਹਾ ਕਬੀਰ ਜੀ ਸੁਣੇ ਆ ਨਾ? ਕਹਿੰਦੇ ਹਾਂ। ਉਹ ਮੈਂ ਕਿਹਾ ਤਾਣੀ ਬੁਣਦੇ ਹੁੰਦੇ ਸੀ, ਪਿੱਛੇ ਜਿਹੜੇ ਭਗਤ ਆ ਉਹ ਮਿਹਨਤੀ ਭਗਤ ਹੁੰਦੇ ਸੀ, ਉਹ ਤਾਣੀ ਬੁਣਿਆ ਕਰਦੇ ਸੀ। ਤੇ ਇੱਕ ਦਿਨ ਤਾਣੀ ਬੁਣ ਕੇ ਸਭ ਕੁਝ ਹੱਥ ਚੱਕੀ ਆਉਂਦੇ ਸੀ। ਕਿਸੇ 2 ਬੰਦਿਆਂ ਨੇ ਨਾਂ ਸੁਣਿਆ ਸੀ ਉਹਨਾਂ ਦਾ, ਬਈ ਕਬੀਰ ਜੀ ਦਾ ਬੜਾ ਨਾਂ ਹੈ, ਕਬੀਰ ਭਗਤ ਜੀ ਦਾ। ਤੇ ਉਹਨਾਂ ਨੇ ਪੁੱਛ ਲਿਆ ਉਹਨਾਂ ਨੂੰ ਹੀ, ਬਈ ਜੇ ਅਸੀਂ ਕਬੀਰ ਭਗਤ ਦੇ ਘਰ ਜਾਣਾ। ਕਬੀਰ ਜੀ ਕਹਿਣ ਲੱਗੇ, ਕਬੀਰ ਤਾਂ ਮਾਹੀ ਹੈ, ਉਹ ਇੱਕ ਨੇ 2 ਚਪੇੜਾਂ ਮਾਰੀਆਂ। ਕਹਿੰਦਾ ਭਈਆ ਜਾਣਾ ਹੋਵੇ ਤਾਂ ਤੂੰ ਆ ਕਬੀਰ ਹੈ? ਉਹ ਇਹੋ ਜਿਹਾ ਕਬੀਰ ਆ ਕਿਤੇ? ਹੁਣ ਤਾਂ ਲੋਕ ਮੰਨਦੇ ਆ। ਕਬੀਰ ਜੀ ਚੁੱਪ ਕਰਕੇ ਕੰਨ ਜੇ ਵਲੇਟ ਕੇ ਤੁਰਿਆ ਏ। ਘਰੇ ਆ ਕੇ ਬਹੁਤ ਰੋਏ। ਉਹ ਮਾਈ ਲੋਈ ਕਹੇ, ਜੀ ਤੁਸੀਂ ਰੋਂਦੇ ਕਾਸ ਤੋਂ ਹੈ? ਕਹਿੰਦਾ ਅੱਜ ਮੈਨੂੰ 2 ਬੰਦੇ ਮਿਲੇ ਸੇਵਾਦਾਰ, ਮੈਂ ਉਹਨਾਂ ਨੂੰ ਕਹਿ ਬੈਠਾ ਵੀ ਮੈਂ ਕਬੀਰ ਹੈ। ਉਹ ਜਿਹੜੀ ਮੈਂ ਕਹੀ ਨਾ ਵੀ ਮੈਂ ਐ ਕੀਤਾ, ਉਹਨੇ ਕਹਿੰਦਾ ਮੇਰੇ ਚਪੇੜਾਂ ਲਵਾਈਆਂ। ਇਹ ਮੇਰੀ ਮਾਂ ਨੇ ਲਵਾਈਆਂ ਮੇਰੇ ਚਪੇੜਾਂ। ਫਿਰ ਉਹ ਮਾਤਾ ਲੋਈ ਕਹਿਣ ਲੱਗੀ, ਹੁਣ ਕਾਹਨੂੰ ਰੋਨੇ ਹੋ? ਹੁਣ ਤੁਸੀਂ ਠੀਕ ਠਾਕ ਹੋਵੋ, ਉਹਨਾਂ ਨੇ ਫੇਰ ਆ ਜਾਣਾ ਇੱਥੇ। ਇਸ਼ਨਾਨ ਪਾਣੀ ਕਰਕੇ ਕਬੀਰ ਜੀ ਵਸਤਰ ਪਾ ਕੇ ਜਦੋਂ ਆਪਣੇ ਆਸਣ 'ਤੇ ਜਾ ਕੇ ਬੈਠ ਗਏ ਤਾਂ ਉਹ ਬੰਦੇ ਕਾਫੀ ਪ੍ਰਸ਼ਾਦ ਸੀ ਉਹਨਾਂ ਕੋਲੇ, ਤੇ ਉਹ ਪੁੱਛਦੇ ਘਰੇ ਆ ਗਏ। ਜਦੋਂ ਆ ਗਏ, ਉਹ ਥੱਲੇ ਤੋਂ ਲੈ ਕੇ ਤਾਹਾਂ ਤੱਕ ਝਾਕੀ ਜਾਣ ਕਬੀਰ ਜੀ ਵੱਲ ਵੀ ਇਹ ਤਾਂ ਉਹੀ ਹੈ। ਅਸੀਂ ਤਾਂ ਇਹਦੀ ਵਿਚਾਰੇ ਦੇ 2 ਲਫੇੜੇ ਮਾਰਤੇ। ਉਹ ਲੰਮੇ ਪੈ ਕੇ ਮੱਥੇ ਟੇਕਣ, ਭੁੱਲਾਂ ਬਖਸ਼ਾਉਣ, ਰੋਣ ਵੀ ਸਾਥੋਂ ਤਾਂ ਭਗਤ ਜੀ ਪਾਪ ਹੋ ਗਿਆ। ਕਬੀਰ ਜੀ ਕਹਿੰਦੇ ਸੋਡਾ ਕੋਈ ਕਸੂਰ ਨਹੀਂ, ਇਹ ਤਾਂ ਮੈਂ ਮੇਰੀ ਨੇ ਮੇਰੇ ਪਵਾਈਆਂ। ਜਿਵੇਂ ਮੈਂ ਮੇਰੀ ਨੂੰ, ਇਹ ਜਿਹੜੀ ਮੈਂ ਹੈ ਇਹ ਬੰਦੇ ਨੂੰ ਖਰਾਬ ਕਰਦੀ ਹੈ। ਤੇ ਇਸ ਤਰ੍ਹਾਂ ਭਾਈ ਉਹ ਕਬੀਰ ਜੀ ਕਹਿੰਦੇ ਕੋਈ ਨਹੀਂ, ਜਿਹੜਾ ਕੁਛ ਹੋ ਗਿਆ ਤੁਸੀਂ ਫਿਕਰ ਨਾ ਕਰੋ, ਅਸੀਂ ਕੰਮ ਕਰਕੇ ਆਏ ਸੀ। ਇਸ ਤਰ੍ਹਾਂ ਭਾਈ ਜਿਹੜਾ ਆਪਣੇ ਆਪ 'ਚ ਕੁਛ ਬਣ ਜਾਂਦਾ ਹੈ, ਆਪਣੇ ਮਾਲਕ ਨੂੰ ਭੁੱਲ ਜਾਂਦਾ ਹੈ। ਜਿਵੇਂ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਅਸੀਂ ਆਪਣੇ ਮਾਲਕ ਨੂੰ ਭੁੱਲਣਾ ਨਹੀਂ। ਜਿਹੜਾ ਸਾਡਾ ਮਾਲਕ ਹੈ ਉਹ ਗੁਰੂ ਨਾਨਕ ਹੈ, 10 ਗੁਰੂ ਹੈ, ਮਹਾਂਪੁਰਸ਼ ਤਾਂ ਸਾਨੂੰ ਰਸਤਾ ਦੱਸਦੇ ਹੈ ਬਈ ਆਪਾਂ ਇਸ ਰਸਤੇ ਚੱਲਣਾ ਹੈ। ਬਾਬਾ ਨਰੈਣ ਸਿੰਘ ਜੀ ਮਹਾਰਾਜ ਨੇ ਸਾਰੇ ਚੱਕਰ ਲਾਇਆ। ਲੋਕਾਂ ਦਾ ਵੀ ਇਹੋ ਜਿਹਾ ਹਾਲ ਹੈ। ਕੇਰਾਂ ਸੀ ਰਾਮਗੜ੍ਹ ਤੋਂ ਰਾਂਚੀ ਨੂੰ ਸਵੇਰ ਵੇਲੇ ਫੌਜ ਵਿੱਚ ਟਾਈਮ ਲਾ ਕੇ ਰਾਮਗੜ੍ਹ
ਤੇ ਵਾਪਸ ਜਾ ਰਹੇ ਸੀ ਰਾਂਚੀ ਨੂੰ। ਦੋ ਤਿੰਨ ਗੱਡੀਆਂ, ਤਿੰਨ ਚਾਰ ਗੱਡੀਆਂ ਮੂਹਰੇ, ਤਿੰਨ ਚਾਰ ਮਗਰ, 8-10 ਗੱਡੀਆਂ ਸੀ। ਤੇ ਪਹਾੜੀ ਜੀ ਦੇ ਵਿੱਚ ਬਾਬਾ ਜੀ ਕਹਿੰਦੇ ਇੱਥੇ ਰੋਕ ਲਓ। ਉੱਥੇ ਗੱਡੀਆਂ ਰੋਕ ਲਈਆਂ, ਠੰਡਾ ਜਿਹਾ ਮੌਸਮ ਸੀ। ਤੇ ਗਿਆਨੀ ਜੀ ਹੁਣਾਂ ਨੇ 2 ਪੇਟੀਆਂ ਕੱਢ ਲਈਆਂ ਸਿਉਆਂ ਦੀਆਂ, ਸਾਰਿਆਂ ਨੂੰ 2-2 ਸਿਓ ਵੰਡਣ ਲੱਗ ਗਏ। ਤੇ ਸਿਓ ਵੰਡਦੇ ਤੇ ਅਸੀਂ ਵੀ 2 ਸਿਓ ਧੋ ਕੇ ਬਾਬਾ ਜੀ ਨੂੰ ਚੀਰ ਕੇ ਦੇਣ ਲੱਗ ਗਏ। 2 ਬੰਦੇ ਸਾਈਕਲਾਂ ਤੇ ਜਾਣ, ਉਹ ਕੋਲ ਦੀ ਲੰਘੇ। ਇੱਕ ਕਹਿੰਦਾ ਓਏ ਸੰਤ ਖੜੇ ਆ, ਦੂਜਾ ਕਹਿੰਦਾ ਆ ਜਾ, ਬਥੇਰੇ ਵੇਖੇ ਆ ਸੰਤ। ਕਿਤੇ ਬਾਬਾ ਜੀ ਨੇ ਸੁਣ ਲਿਆ। ਬਾਬਾ ਜੀ ਕਹਿੰਦੇ ਵੀ ਆ ਜਾਓ ਜਵਾਨੋ, ਪ੍ਰਸਾਦ ਲੈ ਲਓ। ਉਹ ਮੁੜ ਆਏ, 2-2 ਸਿਓ ਉਹਨਾਂ ਨੂੰ ਵੀ ਫੜਾ ਦਿੱਤੇ। ਉਹ ਉੱਥੇ ਬੈਠ ਗਏ। ਬਾਬਾ ਜੀ ਕਹਿੰਦੇ ਵੀ ਵਿਆਹੇ ਬਰੇ ਲੱਗਦੇ ਹੋ। ਹਾਂ ਬਾਬਾ ਜੀ, ਜਵਾਕਾਂ ਵਾਲੇ ਐ, ਮੇਰੇ 2 ਜਵਾਕ ਐ, ਇਹਦੇ 3 ਜਵਾਕ ਐ। ਅੱਛਾ, ਕੀ ਕੰਮ ਕਰਦੇ ਹੋ? ਬਾਬਾ ਜੀ ਇੱਥੇ ਗੱਡੀਆਂ ਤੇ ਕੰਮ ਕਰਦੇ ਆ। ਅੱਛਾ, ਚੰਗਾ ਚੰਗਾ। ਬਾਬਾ ਜੀ ਕਹਿੰਦੇ ਬਈ ਤੁਸੀਂ ਕਹਿੰਦੇ ਸੀਗੇ, ਤੁਸੀਂ ਇੱਕ ਗੱਲ ਦੱਸੋ ਸਾਨੂੰ, ਸੱਚ ਬੋਲੋਗੇ? ਕਹਿੰਦੇ ਹਾਂ ਜੀ ਸੱਚ ਬੋਲਾਂਗੇ। ਬਈ ਤੁਹਾਡੇ ਬੱਚੇ ਜਾਂ ਤੁਹਾਡੇ ਘਰ ਵਾਲੀਆਂ ਤੁਹਾਡਾ ਕਿੰਨਾ ਕੁ ਕਹਿਆ ਮੰਨਦੀਆਂ? ਉਹ ਇੱਕ ਕਹਿੰਦਾ ਬਾਬਾ ਜੀ ਹੁਣ ਕਿਹੜਾ ਕਹਿਆ ਮੰਨਦਾ, ਹੁਣ ਤਾਂ ਗੱਲ ਨੂੰ ਆਉਂਦੀਆਂ। ਤੇ ਜਵਾਕ ਵੀ ਮੂਹਰੋਂ ਇੱਕ ਦੀਆਂ 4 ਸੁਣਾਉਂਦੇ ਆ। ਬਾਬੇ ਕਹਿੰਦੇ ਪੱਕੀ ਗੱਲ ਹੈ? ਕਹਿੰਦਾ ਹਾਂ ਬਾਬਾ ਜੀ ਬਿਲਕੁਲ ਪੱਕੀ ਗੱਲ ਹੈ। ਤੇ ਬਾਬਾ ਜੀ ਕਹਿੰਦੇ ਫਿਰ ਸੰਤ ਵੇਖ ਲਏ, ਸੰਤਾਂ ਨਾਲ ਤਾਂ ਦੇਖ ਲਓ 8-10 ਗੱਡੀਆਂ ਖੜੀਆਂ, ਪ੍ਰਸ਼ਾਦ ਛਕੀ ਜਾਂਦੇ ਆ, ਸਿਓ ਛਕੀ ਜਾਂਦੇ ਆ, ਤੁਹਾਨੂੰ ਵੀ ਛਕਾਏ ਆ। ਤੁਸੀਂ ਕਹਿੰਦੇ ਹੋ ਬਥੇਰੇ ਵੇਖੇ ਆ ਸੰਤ, ਸਾਡੇ ਵਰਗੇ ਕਿੰਨੇ ਕੁ ਵੇਖੇ ਆ? ਕਹਿੰਦੇ ਨਹੀਂ ਬਾਬਾ ਜੀ ਅਸੀਂ ਕੋਈ ਨਹੀਂ ਵੇਖਿਆ, ਸਾਡੀ ਤਾਂ ਜਵਾਨ ਹੀ ਇਹੀ ਜੀ ਹੈ, ਐਵੇਂ ਮੂੰਹ ਮਾਰ ਦਿੰਦੇ ਆ ਤੁਰੇ ਜਾਂਦੇ। ਤੇ ਇਸ ਤਰ੍ਹਾਂ ਭਾਈ, ਤੇ ਬਾਬਾ ਜੀ ਕਹਿੰਦੇ ਨਾ ਬਈ ਜਵਾਨੋ ਨਿਤਨੇਮ ਕਰਿਆ ਕਰੋ। ਪੜ੍ਹੇ ਹੋ? ਹਾਂਜੀ ਪੜ੍ਹੇ ਆ। ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਰੋਜ਼ ਘਰ ਦੇ ਵਿੱਚ, ਓਨੀ ਤੁਹਾਡੇ ਤੇ ਗੁਰੂ ਨਾਨਕ ਦੀ ਮਿਹਰ ਹੋਵੇਗੀ। ਕਹਿੰਦੇ ਜੀ 7 ਬਚਨ ਬਾਬਾ ਜੀ, ਮਹਾਂਪੁਰਸ਼ ਤਾਂ ਆਏ ਦੁਨੀਆ ਨੂੰ ਤਾਰਦੇ ਆ। ਬਾਬਾ ਜੀ ਨੇ ਜਦੋਂ ਤੋਂ ਨਾਨਕਸਰ ਦੇ ਵਿੱਚ ਗਏ ਕਿੰਨੀ ਮਹਾਨ ਸੇਵਾ ਕੀਤੀ। ਬਾਬਾ ਜੀ ਕੋਲੇ ਹਜ਼ੂਰੀ ਸੇਵਾ ਕੀਤੀ। ਜੋ ਕੋਈ ਜ਼ਰੂਰੀ ਕੰਮ ਹੁੰਦਾ ਸੀ ਉਹ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਬਾਬਾ ਨਰਾਇਣ ਸਿੰਘ ਜੀ ਨੂੰ ਕਹਿੰਦੇ ਸੀ ਬਈ ਆਹ ਕੰਮ ਜ਼ਰੂਰੀ ਕਰਕੇ ਆਉਣ ਵਾਲਾ। ਤੇ ਇਸ ਤਰ੍ਹਾਂ ਭਾਈ ਜਿੱਥੇ ਮਹਾਂਪੁਰਸ਼ਾਂ ਦਾ ਪਿਆਰ ਹੁੰਦਾ ਹੈ ਉੱਥੇ ਫਿਰ ਮਹਾਂਪੁਰਸ਼ ਆਪਦੇ ਦਿਲ ਦਾ ਵਚਨ ਕਹਿੰਦੇ ਆ। ਤੇ ਅੱਜ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਹ ਪਿੰਡ ਮਾਣੂ ਕੇ ਕਿੱਡੇ ਭਾਗਾਂ ਵਾਲਾ ਪਿੰਡ ਹੈ। ਤੇ ਪਤਾ ਨਹੀਂ ਕਿੰਨੇ ਕੁ ਇਸ ਪਿੰਡ ਨੂੰ ਰੰਗ ਭਾਗ ਲੱਗਣੇ ਆ, ਕਿੰਨੀਆਂ ਇਸ ਪਿੰਡ ਤੇ ਮਿਹਰਾਂ ਹੋਣੀਆਂ। ਆ ਬਾਬਾ ਜੀ ਨੇ ਆਪਣਾ ਮਹਿਤੇ ਆਣਾ ਗੁਰਦੁਆਰਾ ਦੇਖ ਲਓ, ਪਹਿਲਾਂ ਇੱਥੇ ਕਮਰਾ ਹੁੰਦਾ ਸੀ। ਤੇ ਬਾਬਾ ਜੀ ਕਹਿਣ ਲੱਗੇ ਬਈ ਜੋਰਾ ਸਿੰਘ ਨੂੰ ਕਹਿੰਦੇ ਵੀ ਇਹ ਗੁਰਦੁਆਰਾ ਬਣਾਉਣਾ ਹੈ, ਲੱਖ ਰੁਪਈਆ ਲਾਉਣਾ ਪਊ ਤੈਨੂੰ। ਉਹਨਾਂ ਸਮੇਂ 'ਚ ਲੱਖ ਰੁਪਈਆ ਬਹੁਤ ਹੁੰਦਾ ਸੀ। ਕਹਿੰਦਾ ਬਾਬਾ ਜੀ ਤੇ ਹਜੇ ਤਾਂ ਮੇਰੇ ਕੋਲੇ ਹੈ ਨਹੀਂ। ਜਦੋਂ ਕੋਈ ਇਹੋ ਜਿਹਾ ਕਸੂਤਾ ਫਸ ਗਿਆ ਫਿਰ ਅਰਦਾਸ ਕੀਤੀ, ਉਹਨੇ ਨਿਕਲ ਗਿਆ। ਫਿਰ ਆ ਗਿਆ ਭਜਨ ਸਿੰਘ ਨੂੰ ਲੈ ਕੇ ਚੂੜ ਚੱਕ ਵਾਲੇ ਨੂੰ। ਕਹਿੰਦਾ ਬਾਬਾ ਜੀ ਕਰੋ ਸ਼ੁਰੂ। ਜਦੋਂ ਬਾਬਾ ਜੀ ਉੱਥੇ ਗਏ, ਆਪਣੇ ਪਿੰਡਾਂ ਦੀਆਂ ਸਾਰੀਆਂ ਪੰਚਾਇਤਾਂ ਗਈਆਂ, ਮਾਣੂ ਕਿਆਂ ਦੇ, ਡੇਢ ਕਿਆਂ ਦੇ, ਤੇ ਆਪਣੇ ਚੱਕਰ ਦੇ, ਮੱਲੇ ਦੇ, ਲੱਖੇ ਦੇ, ਤੇ ਸਾਰੇ ਪਿੰਡ ਸੀ। ਤੇ ਜਦੋਂ ਲੱਗੇ ਨਾ ਬਾਬਾ ਜੀ ਨੇ ਸੋਟੀ ਦੇ ਨਾਲ ਤੇ ਫੀਤਾ ਨਾਲ ਮਿਣ ਕੇ ਜਦੋਂ ਨਿਵਾ
ਕੱਢੀਆਂ ਤੇ ਸਾਰੇ ਕਹਿਣ ਲੱਗੇ ਜੀ ਇਹ ਤਾਂ ਬਾਹਲਾ ਵੱਡਾ ਨਿਉ ਹੈ, ਇਹ ਤਾਂ ਬੜੀ ਵੱਡੀ ਹੈ ਤੇ ਇੱਟਾਂ ਲੱਗਣਗੀਆਂ। ਬਾਬਾ ਜੀ ਕਹਿੰਦੇ ਮਗਰੋਂ ਤੁਸੀਂ ਕਹਿਣਾ ਗੁਰਦੁਆਰਾ ਸੋਟਾ ਬਣ ਗਿਆ, ਇਹ ਹਜੇ ਸੋਟਾ ਹੀ ਆ। ਤੇ ਆਏ ਫਿਰ ਭਾਈ ਇਹਦੀ ਨਿਉ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਨੇ ਰੱਖੀ ਸੀ, ਉਹਨਾਂ ਦੇ ਕਰ ਕਮਲਾਂ ਨਾਲ ਇਹ ਸੇਵਾ ਸ਼ੁਰੂ ਹੋਈ ਸੀ। ਅੱਜ ਕਿੰਨਾ ਸੋਹਣਾ ਗੁਰੂ ਘਰ ਬਣ ਗਿਆ। ਗੁਰੂ ਕਲਗੀਧਰ ਪਾਤਸ਼ਾਹ ਨੇ ਪਹਿਲਾਂ ਚਰਨ ਇਸ ਜਗ੍ਹਾ ਤੇ ਪਾਏ, ਜੌੜੀਆਂ ਸਾਹਿਬ ਆਪਣੇ ਨਗਰ ਵਿੱਚ ਮਾਣੂਕਿਆਂ 'ਚ। ਇੱਥੋਂ ਬਾਬਾ ਜੀ ਆ ਜਿਹੜਾ ਸਿੱਧਾ ਰਾਹ ਜਾਂਦਾ ਸੀ ਤੇ ਗੁਰੂ ਸਾਹਿਬ ਉੱਥੇ ਜਾਂਦੇ ਸੀ ਮਹਿਤਿਆਣਾ ਸਾਹਿਬ, ਉੱਥੇ ਜਾ ਕੇ ਫਿਰ ਘੋੜੇ ਤੇ ਦਾਤਣ ਕੋਲਾ ਕਰਦੇ ਸੀ ਤੇ ਉੱਥੇ ਫਿਰ ਖੜ ਕੇ ਠਹਿਰ ਕੇ ਆਉਂਦੇ ਸੀ। ਆਏ ਫਿਰ ਉਹ ਵੀ ਆਪਣੇ ਇਲਾਕੇ ਵਿੱਚ ਕਿੰਨੀ ਸੋਹਣੀ ਜਗ੍ਹਾ ਬਣ ਗਈ। ਤੇ ਜਿਹੜੀ ਕਿਰਪਾ ਮਹਾਂਪੁਰਸ਼ਾਂ ਦੀ ਉਹ ਵਰਤਦੀ ਹੈ, ਉਹ ਕਿਰਪਾ ਦੇ ਨਾਲ ਇਹ ਸਾਰੇ ਕੰਮ ਹੁੰਦੇ ਆ। ਤੇ ਇਸ ਲਈ ਅੱਜ ਬਾਬਾ ਜੀ ਦੀ ਯਾਦ ਵਿੱਚ ਪਹਿਲੇ ਢੰਡਿਆਣਾ ਸਾਹਿਬ ਗੁਰਦੁਆਰੇ ਵਿੱਚ ਤੇ ਜੌੜੀਆਂ ਸਾਹਿਬ ਗੁਰਦੁਆਰੇ ਪਿਛਲੇ ਪਾਠਾਂ ਦੇ ਭੋਗ ਪੈ ਚੁੱਕੇ ਆ, ਦੁਬਾਰੇ ਪਾਠ ਪ੍ਰਗਾਸ ਹੋ ਗਏ ਆ। ਤੇ ਅੱਜ ਕੱਲ੍ਹ ਨੂੰ ਫਿਰ ਆਪਣੇ ਮਹਾਂਪੁਰਸ਼ਾਂ ਨੇ ਆਉਣਾ, ਸੰਤ ਸਮਾਜ ਹੈ, ਹੋਰ ਵੀ ਸੰਗਤਾਂ ਨੂੰ ਦੱਸਣਾ, ਵੱਧ ਚੜ੍ਹ ਕੇ ਆਉਣਾ। ਤੇ 9 ਤੋਂ 11 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ। ਤੇ ਇਸ ਤਰ੍ਹਾਂ ਭਾਈ ਮਹਾਂਪੁਰਸ਼ਾਂ ਦੇ ਮਨਾਂ 'ਚ ਫੁਰਨਾ ਬਈ ਕਦੋਂ ਚੱਲੀਏ ਉੱਥੇ ਦਰਸ਼ਨ ਕਰੀਏ, ਬਾਬਾ ਜੀ ਦੇ ਨਗਰ ਦੇ ਦਰਸ਼ਨ ਕਰੀਏ, ਬਾਬਾ ਜੀ ਦੇ ਸਥਾਨ ਦੇ ਦਰਸ਼ਨ ਕਰੀਏ। ਤੇ ਬਾਬਾ ਜੀ ਦਾ ਜਿਹੜਾ ਇਹ ਸਥਾਨ ਹੈ, ਬਾਬਾ ਜੀ ਦਾ ਜਨਮ ਸਥਾਨ ਆਪਾਂ ਬਣਾਉਣੇ ਲੱਗੇ ਆ। ਉਹਦਾ ਥੱਲੇ ਵਾਲਾ ਲੈਟਰ ਤਾਂ ਖੁੱਲ੍ਹ ਗਿਆ, ਉੱਪਰਲੇ ਲੈਟਰ ਦਾ 22 ਤਰੀਕ ਨੂੰ ਲੈਟਰ ਵੀ ਪੈਣਾ। ਇਹ ਵੀ ਬਾਬਾ ਜੀ ਨੇ ਕਿਰਪਾ ਕੀਤੀ ਆ। ਸਾਨੂੰ ਅੱਜ ਪੁੱਛ ਰਹੇ ਸੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੋਣੀ ਵੀ ਬਾਬਾ ਜੀ ਉਹ ਜਗ੍ਹਾ ਕਿਵੇਂ ਹੈ, ਤੁਸੀਂ ਕਿੰਨੇ ਦੀ ਲਈ ਹੈ? ਮੈਂ ਕਿਹਾ ਭਾਈ ਅਸੀਂ ਕਿਸੇ ਪੈਸਿਆਂ ਦੀ ਨਹੀਂ ਜਗ੍ਹਾ ਲਈ, ਉਹ ਤਾਂ ਬਾਬਾ ਜੀ ਨੇ ਆਪ ਹੀ ਕਿਰਪਾ ਕੀਤੀ ਹੈ। ਕਦੇ ਸਾਨੂੰ ਬਾਬਾ ਜੀ ਦੇ ਪਰਿਵਾਰ ਨੇ ਕਿਸੇ ਨੇ ਉਹ ਜਗ੍ਹਾ ਬਾਰੇ ਨਹੀਂ ਦੱਸਿਆ, ਕਿਸੇ ਨੇ ਨਹੀਂ ਦੱਸਿਆ। ਉਹ ਤਾਂ ਜਿਵੇਂ ਬਾਬਾ ਜੀ ਨੇ ਇਹੋ ਜਿਹੀ ਕਿਰਪਾ ਕਰਤੀ। ਸਾਡੇ ਭਾਈ ਮੋਹਨ ਸਿੰਘ ਹੋਣੀ ਜਿਨ੍ਹਾਂ ਦਾ ਕੋਲੇ ਘਰ ਹੈ, ਉਹਨਾਂ ਦੇ ਕੋਲੇ ਉਹ ਜਗ੍ਹਾ ਸੀ ਬਾਬਾ ਜੀ ਦੇ ਜਨਮ ਸਥਾਨ ਵਾਲੀ। ਉਹਨਾਂ ਨੇ 2-3 ਗੇਰੀ ਸੁਨੇਹਾ ਸਾਡੇ ਸੇਵਾਦਾਰ ਨੂੰ, ਮੁੰਡੇ ਨੂੰ, ਉਹ ਕਹਿੰਦੇ ਰਹੇ ਬਿੰਦੀ ਨੂੰ ਬਈ ਅਸੀਂ ਜਗ੍ਹਾ ਬਾਬਾ ਜੀ ਨੂੰ ਇਹ ਦੇ ਦੇਣੀ ਹੈ। ਬਾਬਾ ਜੀ ਦਾ ਘਰ ਹੈ, ਇੱਥੇ ਬਾਬਾ ਜੀ ਦਾ ਜਨਮ ਹੋਇਆ ਸੀ। ਤੇ ਅਸੀਂ ਗੌਰ ਹੀ ਨਹੀਂ ਕੀਤੀ ਸਾਲ ਭਰ ਤਾਂ। ਫਿਰ ਜਦੋਂ ਅਸੀਂ ਗਏ, ਆਪਣੇ ਸਾਰੇ ਕਮੇਟੀ ਵਾਲੇ ਬੰਦੇ ਵੀ ਉੱਥੇ ਹੀ ਸੀ, ਚਮਕੌਰ ਸਿੰਘ ਹੋਣੀ ਵੀ ਸੀਗੇ ਤੇ ਘਣ ਸਿੰਘ ਹੋਣੀ, ਸਾਰੇ ਜਾਣੇ ਸੀਗੇ। ਫਿਰ ਅਸੀਂ ਜਦੋਂ ਉਸ ਜਗ੍ਹਾ ਤੇ ਗਏ, ਭਾਈ ਮੋਹਨ ਸਿੰਘ ਨੇ ਉਹ ਲਿਖ ਕੇ ਕਾਗਜ਼ ਦੇ ਦਿੱਤਾ ਸਾਨੂੰ ਤੇ ਬਾਬਾ ਜੀ ਮੈਂ ਇਹ ਜਗ੍ਹਾ ਬਾਬਾ ਨਰਾਇਣ ਸਿੰਘ ਜੀ ਦੀ ਯਾਦ ਵਿੱਚ ਛੱਡਣ ਲੱਗਿਆ। ਉਹਨਾਂ ਨੇ ਉਹ ਜਗ੍ਹਾ ਛੱਡ ਦਿੱਤੀ। ਜਦੋਂ ਜਗ੍ਹਾ ਛੱਡਤੀ ਫਿਰ ਸਾਨੂੰ ਵੀ ਫਿਕਰ ਪੈ ਗਿਆ ਵੀ ਹੁਣ ਬਾਬਾ ਜੀ ਦਾ ਜਨਮ ਸਥਾਨ ਜਗ੍ਹਾ ਸਾਨੂੰ ਬਾਬਾ ਜੀ ਨੇ ਆਪਣੇ ਆਪ ਬਖਸ਼ਿਸ਼ ਕੀਤੀ ਹੈ, ਤਾਂ ਹੁਣ ਸਾਨੂੰ ਇਹ ਕੰਮ ਵਧਾਉਣਾ ਵੀ ਪੈਣਾ। ਫੁਰਨਾ ਬਣ ਗਿਆ। ਤਾਂ ਫਿਰ ਸਾਡੇ ਉੱਥੇ ਆਪਣੇ ਧਨੀ ਜੀ ਹੋਣੀ ਸੀਗੇ, ਉਹਨਾਂ ਨੇ ਵੀ ਸਾਰੀ ਜਗ੍ਹਾ 1.5-2 ਕਨਾਲਾਂ ਛੱਡ ਦਿੱਤੀ। ਉਹ ਵੀ ਲਿਖ ਕੇ ਦੇ ਗਏ। ਇੱਕ 4 ਭਰਾ ਸੀਗੇ, 2-2 ਵਿਸਵੇ ਉਹਨਾਂ ਦੀ ਸੀ, ਉਹਨਾਂ ਨੇ ਵੀ ਸਾਰੀ ਜਗ੍ਹਾ ਛੱਡ ਦਿੱਤੀ। ਇੱਕ ਸਾਡੇ ਉੱਤੇ ਸਰਦਾਰ ਗੁਰਮੇਲ ਸਿੰਘ ਹੋਣੀ ਹੈ। ਇੱਕ ਦਿਨ ਅਸੀਂ ਉੱਥੇ ਗਏ, ਉਹ ਆਪਣੇ ਮਕਾਨ ਦੇ ਵਿੱਚ ਖੜੇ ਜਗ੍ਹਾ ਦੇ ਸਾਨੂੰ ਉਹਨਾਂ ਨੇ ਇਸ਼ਾਰਾ ਕੀਤਾ ਸੀ, ਕੋਲੇ ਗਏ, ਉਹਨਾਂ ਨੇ ਵੀ ਜਗ੍ਹਾ ਛੱਡ ਦਿੱਤੀ। ਤੇ ਇਸ ਤਰ੍ਹਾਂ ਭਾਈ
ਆਏ ਉਹ ਜਗ੍ਹਾ ਇਕੱਠੀ ਹੋਈ ਹੈ। ਤੇ ਫਿਰ ਸਾਡੇ ਮਨ ਦੇ ਵਿੱਚ ਸਾਨੂੰ ਬੰਦੇ ਦਾ ਕਹਿੰਦੇ ਸੀ, ਬਾਬਾ ਜੀ ਹਜੇ 2 ਸਾਲ ਠਹਿਰ ਜੋ ਤੇ ਫਿਰ ਆਪਾਂ ਬਣਾ ਲਾਂਗੇ। ਮੈਂ ਕਿਹਾ ਨਾ ਬਈ, ਜਦੋਂ ਆਪਾਂ ਨੂੰ ਇੰਨੀ ਛੇਤੀ ਇਹ ਜਗ੍ਹਾ ਮਿਲੀ ਹੈ, ਸੰਗਤਾਂ ਨੇ ਸੇਵਾ ਵਿੱਚ ਜਗ੍ਹਾ ਦਿੱਤੀ ਹੈ, ਤੇ ਆਪਾਂ ਕਿਉਂ ਫਿਰ ਢਿੱਲ ਕਰੀਏ। ਤੇ ਨਾਲੇ ਇੱਕ ਲੋਕਡਾਊਨ ਹੋਇਆ ਵਾ, ਬਾਹਰ ਬੂਰ ਕਿਤੇ ਜਾਣਾ ਨਹੀਂ, ਕਿਉਂ ਨਾ ਆਪਾਂ ਸ਼ੁਰੂ ਕਰ ਦਈਏ। ਆਏ ਫਿਰ ਅਸੀਂ ਭਾਈ ਸਾਰੇ ਸਤਿਕਾਰਯੋਗ ਮਹਾਂਪੁਰਸ਼ ਆਏ ਤਾਂ ਅਸੀਂ ਉਹ ਜਗ੍ਹਾ ਦੀ ਨਿਉ ਰੱਖ ਦਿੱਤੀ। ਤੇ ਅੱਜ ਬੜੀ ਸੁਹਾਵਣੀ ਸੋਹਣੀ ਜਗ੍ਹਾ ਲੱਗਦੀ ਹੈ। ਥੱਲੇ ਵਾਲਾ ਲੈਟਰ ਖੁੱਲ੍ਹ ਗਿਆ, ਉੱਪਰਲੇ ਲੈਟਰ ਦੀ ਤਿਆਰੀ ਹੈ। ਬਾਹਰੋਂ ਵੀ ਸਿੱਖ ਸੰਗਤਾਂ ਸੇਵਾ ਕਰਦੀਆਂ। ਤੇ ਇਸ ਤਰ੍ਹਾਂ ਭਾਈ ਇੱਥੇ ਫਿਰ ਜਿਹੜੀਆਂ ਸਭਾਵਾਂ ਇਹ ਭਾਗਾਂ ਵਾਲਿਆਂ ਦੇ ਹਿੱਸੇ 'ਚ ਆਉਂਦੀਆਂ। ਨਾਲ ਤਾਂ ਕਿਸੇ ਦੇ ਕੋਈ ਚੀਜ਼ ਨਹੀਂ ਜਾਣਾ, ਨਾਲ ਤਾਂ ਤਨ ਦੇ ਕੱਪੜੇ ਵੀ ਨਹੀਂ ਜਾਣੇ ਸਾਡੇ, ਉਹ ਵੀ ਇੱਥੇ ਹੀ ਰਹਿ ਜਾਣੇ ਆ। ਜਿਵੇਂ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ, ਸਭੇ ਵਸਤੂ ਕੌੜੀਆਂ ਸੱਚਾ ਨਾਉ ਮਿੱਠਾ, ਸਾਧਵਾ ਤਨ ਹਰ ਜਨਾ ਚੱਖ ਸਾਧੀ ਡਿਠਾ। ਮੂਰੇ ਪਦਾਰਥ ਪਿਆ, ਜੇ ਤਾਂ ਛਕ ਲਈਏ ਤਾਂ ਮੈਲ ਬਣ ਜਾਵੇਗਾ, ਜੇ ਮੂਰੇ ਪਿਆ ਤਾਂ ਉਹ ਪਦਾਰਥ ਹੈ। ਤਨ ਦੇ ਕੱਪੜੇ ਵੀ ਮੈਲੇ ਹੋ ਜਾਂਦੇ ਆ। ਜਦੋਂ ਬੰਦਾ ਇਸ ਦੁਨੀਆ ਤੇ ਆਉਂਦਾ ਹੈ ਉਦੋਂ ਵੀ ਛੋਟਾ ਜਿਹਾ ਹੁੰਦਾ ਹੈ, ਜਦੋਂ ਜਾਂਦਾ ਹੈ ਉਦੋਂ ਵੀ ਗੁਥਲੀ 'ਚ ਪਾ ਲੈਂਦੇ ਆ, ਥੋੜਾ ਜਿਹਾ ਹੁੰਦਾ। ਇਸ ਲਈ ਬਾਬਾ ਜੀ ਨੇ ਬੜਾ ਪਿਆਰਾ ਵਚਨ ਕਿਹਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਬਈ ਸੱਚ ਦੀ ਸੰਭਾਲ ਕਰ, ਇਹੋ ਕਟੰਬ ਤੂੰ ਜੇ ਵੇਖਦਾ ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ। ਬਾਬਾ ਜੀ ਕਹਿੰਦੇ ਸੀ, ਭਾਈ ਅਸੀਂ ਪੁੱਤਰ ਧੀਆਂ ਵੀ ਪਾਲਣੇ ਆ, ਕੰਮਕਾਰ ਵੀ ਕਰਨੇ ਆ, ਇਹ ਨਹੀਂ ਬਈ ਢਿੱਲੇ ਪੈ ਜਾਣਾ। ਪਰ ਜਿਹੜੀ ਪਿਛਲੀ ਪੰਗਤੀ ਹੈ, ਪਛਤਾਉਣ ਵਾਲਾ ਕੰਮ ਹੈ, ਉਹ ਕਿਹੜਾ ਹੈ? ਬਾਬਾ ਜੀ ਕਹਿੰਦੇ ਸੀ ਉਹ ਹੈ ਅੰਮ੍ਰਿਤ ਵੇਲਾ। ਅਸੀਂ ਅੰਮ੍ਰਿਤ ਵੇਲਾ ਕਈ ਗੇਰੀ ਭੁੱਲ ਜਾਂਦੇ ਆ। ਅੰਮ੍ਰਿਤ ਵੇਲੇ ਉੱਠਦੇ ਨਹੀਂ, ਨਿਤਨੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ। ਕਈ ਤਾਂ ਬਿਸਤਰਿਆਂ 'ਚ ਬੈਠੇ ਹੀ ਚਾਹ ਪਾਣੀ ਮੰਗਾਉਂਦੇ ਆ, 2-2 ਗੇਰੀ ਚਾਹ ਪੀਤੇ ਬਗੈਰ ਉੱਠ ਹੀ ਨਹੀਂ ਸਕਦੇ। ਨਹੀਂ, ਬਾਬਾ ਜੀ ਕਹਿੰਦੇ ਸੀ ਭਾਈ ਇਹ ਸਰੀਰ ਨੇ ਦੁਬਾਰੇ ਨਹੀਂ ਆਉਣਾ, ਇੱਕ ਵੇਰੀ ਆਏ ਆ, ਇੱਕ ਵੇਰੀ ਚਲੇ ਜਾਣਾ। ਇਹਨੂੰ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਈਏ। ਇਸ਼ਨਾਨ ਪਾਣੀ ਕਰਕੇ ਪਹਿਲਾਂ ਪਾਠ ਪੂਜਾ ਕਰੀਏ। ਗੁਰੂ ਨਾਨਕ ਸਾਹਿਬ ਦਾ ਸਤਿਕਾਰ ਵਾਲੀ ਜਗ੍ਹਾ ਤੇ ਫੋਟੋ ਰੱਖੀਏ, ਉਹਨਾਂ ਦੇ ਚਰਨਾਂ ਦਾ ਧਿਆਨ ਕਰੀਏ ਤੇ ਫਿਰ ਧਿਆਨ ਕਰਕੇ ਪਾਠ ਕਰੀਏ। ਫਿਰ ਬਾਬਾ ਜੀ ਕਹਿੰਦੇ ਜਿਹੜਾ ਮਾਨਵ ਹੈ ਉਹ ਸਾਡਾ ਫਿਰ ਪਾਸੇ ਆਸੇ ਨਹੀਂ ਜਾਂਦਾ, ਉਹ ਟਿਕ ਜਾਂਦਾ, ਟਾਰਗੇਟ ਬਣ ਜਾਂਦਾ, ਨਿਸ਼ਾਨਾ ਬਣ ਜਾਂਦਾ। ਫਿਰ ਬਾਬਾ ਜੀ ਕਿਰਪਾ ਕਰਦੇ ਸੀ, ਅਰਦਾਸ ਬੇਨਤੀ ਕਰਕੇ ਆਪਣੇ ਕਾਰੋਬਾਰਾਂ ਤੇ ਜਾਓ, ਕੰਮ ਧੰਦਿਆਂ ਤੇ ਜਾਓ, ਫਿਰ ਉਹਨਾਂ ਚੀਜ਼ਾਂ 'ਚ ਬਰਕਤ ਪੈਂਦੀ ਹੈ। ਬਾਬਾ ਜੀ ਦਾ ਬਚਨ ਸੀ, ਵਿੱਚ ਕਰਤਾ ਪੁਰਖ ਖਲੋਆ, ਫਿਰ ਬਾਲ ਨਾ ਵਿੰਗਾ ਹੋਆ। ਉਹਨਾਂ ਦਾ ਭਾਈ ਬਾਲ ਵੀ ਵਿੰਗਾ ਨਹੀਂ ਹੁੰਦਾ, ਜਿਹੜੇ ਆਪਣੇ ਮਾਲਕ ਨੂੰ ਮੁੱਖ ਰੱਖਦੇ ਆ। ਇਸ ਤਰ੍ਹਾਂ ਇਹ ਜਿਹੜੇ ਵਿਚਾਰ ਹੈ, ਇਹ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦੇ ਵਿਚਾਰ ਹੈ। ਬਾਬਾ ਜੀ ਨੇ ਬਹੁਤ ਬਹੁਤ ਜਿਵੇਂ ਮਾਰ ਮਾਰ ਖੀਰਾਂ ਖਵਾਈਆਂ, ਮਾਰ ਮਾਰ। ਜਿਵੇਂ ਕਈ ਗੇਰੀ ਹੁੰਦਾ ਨਾ, ਜੇ ਕੋਈ ਜਵਾਕ ਖਾਵੇ ਨਾ, ਮਾਂ 2 ਚਪੇੜਾਂ ਵੀ ਧਰ ਦਿੰਦੀਆਂ,
ਖਾ ਇਹਨੂੰ, ਇਹ ਸ਼ੱਕਰ ਨੂੰ ਝੂਠੀ ਕਿਉਂ ਛੱਡਿਆ, ਖਾ ਇਹਨੂੰ ਘਿਓ ਨੂੰ। ਤੇ ਇਸ ਤਰ੍ਹਾਂ ਬਾਬਾ ਜੀ ਨੇ ਵੀ ਘੂਰ ਘੂਰ ਕੇ ਤੇ ਸੇਵਾ ਲਈ ਆ। ਤੇ ਭਾਗਾਂ ਵਾਲਿਓ, ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦੀਆਂ ਬਵਾਣੀਆਂ ਕਹਾਣੀਆਂ, ਉਹਨਾਂ ਦੀ ਕਰਨੀ ਕਮਾਈ ਜਿਨ੍ਹਾਂ ਨੇ ਵੇਖੀ ਹੈ ਤੱਕੀ ਹੈ, ਉਹ ਭਾਈ ਦੱਸ ਵੀ ਸਕਦੇ ਆ। ਅੱਜ ਬਾਬਾ ਜੀ ਯਾਦ ਵੀ ਆਉਂਦੇ ਆ। ਇਸ ਲਈ ਅਸੀਂ ਹੁਣ ਸਮਾਪਤੀ ਕਰਦੇ ਹਾਂ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕਟਿਏ ਮੈਲ ਸਾਧ ਸੰਗ ਬੂਠਿਆਂ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਸਾਹਿਬ ਸੇਵਕ ਇੱਕ ਇੱਕ ਦਸ਼ਟਾਇਆ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਈ। ਦਿਸਦਾ ਕਿਵੇਂ ਹੈ, ਸ਼ਬਦ ਦੀ ਕਮਾਈ ਨਾਲ ਦਿਸਦਾ ਸਾਹਿਬ, ਐਵੇਂ ਨਹੀਂ ਦਿਸਦਾ। ਤੇ ਇਸ ਤਰ੍ਹਾਂ ਭਾਈ ਸਾਰੀਆਂ ਸੰਗਤਾਂ ਭਾਗਾਂ ਵਾਲਿਓ, ਅਸੀਂ ਫਿਰ ਹੁਣ ਸਮਾਪਤੀ ਕਰਦੇ ਹਾਂ। 11 ਹੋ ਗਏ ਆ। ਭਾਗਾਂ ਵਾਲਿਓ, ਕੱਲ ਨੂੰ ਟਾਈਮ ਨਾ ਆਇਓ, ਵੱਧ ਚੜ ਕੇ ਸੰਗਤਾਂ ਨੇ ਆਉਣਾ, ਦੂਰੋਂ ਨੇੜਿਓਂ ਬਹੁਤ ਮਹਾਂਪੁਰਸ਼ਾਂ ਨੇ ਆਉਣਾ। ਆਪਾਂ ਉਹਨਾਂ ਦੇ ਦਰਸ਼ਨ ਕਰਨੇ ਆ, ਉਹਨਾਂ ਦੇ ਵਿਚਾਰ ਵੀ ਸੁਣਨੇ ਆ। ਤੇ ਅਸੀਂ ਹੁਣ ਸਮਾਪਤੀ ਕਰਦੇ ਹਾਂ। ਸਾਡੇ ਨਾਲ ਸੰਤ ਹਰਦੇਵ ਸਿੰਘ ਹੋਣ, ਹਰਵਿੰਦਰ ਸਿੰਘ ਹੋਣੀ, ਸੰਤ ਬਲਦੇਵ ਸਿੰਘ ਹੋਣੀ, ਇਹ ਰੋਜ਼ ਸਾਡੇ ਨਾਲ ਆਉਂਦੇ ਆ। ਤੇ ਇਹਨਾਂ ਦਾ ਬਹੁਤ ਪਿਆਰ ਹੈ। ਕਿਉਂ ਨਾ ਹੋਵੇ, ਬਾਬੇ ਮੈਂਗਲ ਸਿੰਘ ਹੋਣਾ ਦੀ ਬੜੀ ਮਹਾਨ ਸੇਵਾ ਹੈ। ਉਹਨਾਂ ਨੇ ਕੋਈ ਹੁਕਮ ਬਾਬਾ ਜੀ ਦਾ ਮੋੜਿਆ ਨਹੀਂ। ਜੋ ਬਾਬਾ ਜੀ ਨੇ ਕਹਿ ਦਿੱਤਾ, ਉਹਨਾਂ ਨੇ ਸਤ ਬਚਨ ਮੰਨਿਆ। ਤੇ ਇਸ ਤਰ੍ਹਾਂ ਭਾਈ ਉਹਨਾਂ ਨੂੰ ਵੀ ਇਹ ਪਿਆਰ ਹੈ ਬਾਬਾ ਜੀ ਦੇ ਦਰ ਨਾਲ। ਅਸੀਂ ਹੁਣ ਸਮਾਪਤੀ ਕਰਦੇ ਹਾਂ। ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਥਾਂ ਦੇਣਾ ਹੈ। ਬਾਬਾ ਜੀ ਕਹਿੰਦੇ ਸੀ, ਫੇਰ ਸਾਨੂੰ ਕੀ ਮਿਲੇਗਾ, ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।